ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਗੋਬਿੰਦ ਸਿੰਘ ਸਿੰਘ ਬੇਸਾਲਾ ਤਰੋਂ ਤਰਾ ਪਰ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ 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 ਸੀਸਾ ਬੰਦੋਂ ਬਾਰ 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 ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਫਤਿਹ ਹੈ ਬਿਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਪਦ ਪੰਕਜ ਕੀ ਪਾਸ ਬਰ ਪਰਮ ਮਨੋਗ ਪਰਾਗ ਨਿਜ ਮਨ ਮਧੁਪ ਲੁਭਾਏ ਕੈ ਕਹੋ ਕਥਾ ਅਨੁਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਆਪ ਸਮੂਹ ਮਾਈ ਭਾਈ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਧੁਰ ਕੀ ਬਾਣੀ ਦਾ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤਾ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਸਰਵਣ ਕਰਨ ਵਾਸਤੇ ਆਪ ਜੀ ਗੁਰੂ ਚਰਨਾਂ ਵਿੱਚ ਇਸ ਵਕਤ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਏਮਨਾਬਾਦ ਨਗਰ ਵਿੱਚ ਸਤਿਗੁਰਾਂ ਨੇ ਮਲਕ ਭਾਗੋ ਦੇ ਘਰ ਚੋਜ ਕਰਕੇ ਕੌਤਕ ਕਰਕੇ ਸੰਸਾਰ ਦੇ ਪ੍ਰਾਣੀਆਂ ਨੂੰ ਸਦਬੁੱਧੀ ਤੇ ਸਮੱਤ ਦਿੱਤੀ ਹੈ ਕਿ ਕਿਵੇਂ ਮਲਕ ਭਾਗੋ ਗਰੀਬਾਂ ਦਾ ਖੂਨ ਨਿਚੋੜਦਾ ਹੈ ਤੇ ਬ੍ਰਹਮ ਭੋਜ ਦੇ ਨਾਂ ਤੇ ਲੋਕਾਂ ਨੂੰ ਲੰਗਰ ਕਰਕੇ ਛਕਾ ਕੇ ਆਪਣੀ ਸੋਭਾ ਲੋੜਦਾ ਹੈ ਤੇ ਭਾਈ ਲਾਲੋ ਦੀ ਧਰਮ ਦੀ ਕਿਰਤ ਦੀ ਕਮਾਈ ਕੋਦਰੇ ਦੇ ਪ੍ਰਸ਼ਾਦੇ ਚੋਂ ਦੁੱਧ ਦੀ ਧਾਰਾ ਵਹਿ ਰਹੀ ਹੈ ਤੇ ਮਲਕ ਭਾਗੋ ਦੇ ਪੂੜਿਆਂ ਵਿੱਚੋਂ ਖੂਨ ਦੀ ਧਾਰਾ ਵਹਿ ਰਹੀ ਹੈ। ਮਲਕ ਭਾਗੋ ਸ਼ਰਮਿੰਦਾ ਹੋਇਆ
ਪਰ ਮਨ ਵਿੱਚ ਗੁੱਸਾ ਹੈ ਕਿ ਇਹਨਾਂ ਨੇ ਮੇਰਾ ਨਿਰਾਦਰ ਕਰ ਦਿੱਤਾ ਹੈ, ਬੇਇੱਜ਼ਤੀ ਕੀਤੀ ਹੈ। ਸਤਿਗੁਰਾਂ ਦੀ ਮਹਿਮਾ ਜਾਣ ਕੇ ਗੁਰਦੇਵ ਦੇ ਚਰਨੀ ਨਹੀਂ ਪਿਆ, ਸਗੋਂ ਨਗਰ ਦੇ ਪਠਾਨ ਕੋਲ ਜਾ ਕੇ ਚੁਗਲੀ ਕੀਤੀ। ਸਤਿਗੁਰੂ ਜੀ ਨੂੰ ਪਠਾਨ ਦੇ ਕੋਲ ਸੱਦਿਆ। ਪਠਾਨ ਕਹਿੰਦਾ ਮੇਰਾ ਬੇਟਾ ਬਿਮਾਰ ਹੈ, ਉਹਨੂੰ ਠੀਕ ਕਰੋ, ਨਹੀਂ ਤਾਂ ਤੁਹਾਨੂੰ ਕੈਦ ਕਰਾਂਗਾ। ਸਤਿਗੁਰੂ ਜੀ ਕਹਿੰਦੇ ਆਪਣੇ ਜਿਸ ਪੁੱਤਰ ਦੀ ਅਰੋਗਤਾ ਤੂੰ ਮੰਗ ਰਿਹਾ ਕਹਿੰਦਾ ਠੀਕ ਹੋ ਜਾਏ, ਉਹ ਤਾਂ ਜੰਮਪੁਰੀ ਚਲਾ ਗਿਆ। ਇਹ ਸੁਣਦਿਆਂ ਪਠਾਨ ਨੂੰ ਰੋਣਾ ਧੋਣਾ ਪੈ ਗਿਆ। ਸਤਿਗੁਰੂ ਜੀ ਪਠਾਨ ਦੀ ਸਭਾ 'ਚੋਂ ਉੱਠ ਕੇ ਵਾਪਸ ਇਕਾਂਤ ਵਿੱਚ ਆਪਣੇ ਨਿਜ ਧਿਆਨ ਪਰਾਇਣ ਹੋ ਕੇ ਬੈਠੇ ਨੇ। ਇਹ ਪ੍ਰਸੰਗ, ਇਹ ਕਥਾ ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਸਰਵਣ ਕੀਤੀ ਹੈ। ਅਗਲਾ ਅਧਿਆਇ ਪ੍ਰਾਰੰਭ ਹੋ ਰਿਹਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਦ ਪੰਕਜ ਕੀ ਪਾਸ ਬਰ ਪਰਮ ਮਨੋਗ ਪਰਾਗ। ਮਾਂ ਕਵੀ ਜੀ ਅਗਲਾ ਅਧਿਆਏ ਆਰੰਭ ਕਰਨ ਤੋਂ ਪਹਿਲਾਂ ਮੰਗਲਾਚਰਨ ਕਰ ਰਹੇ ਨੇ। ਸਤਿਗੁਰਾਂ ਦੀ ਕਥਾ ਕਹਿ ਰਹੇ ਨੇ, ਪਰ ਟੇਕ ਆਸਰਾ ਸਤਿਗੁਰੂ ਜੀ ਦੇ ਚਰਨਾਂ ਦਾ ਧਾਰਨ ਕਰਕੇ ਕਥਾ ਕਹਿ ਰਹੇ ਨੇ। ਕਹਿੰਦੇ ਸਤਿਗੁਰੂ ਜੀ ਦੇ ਜੋ ਚਰਨ ਕਮਲ ਹਨ, ਉਹਨਾਂ ਚਰਨ ਕਮਲਾਂ ਦੀ ਜਿਹੜੀ ਧੂੜੀ ਹੈ ਉਹਨੂੰ ਮੈਂ ਸ੍ਰੇਸ਼ਟ ਪਰਾਗ ਜਾਣ ਕੇ, ਜਿਵੇਂ ਕਮਲ ਦੇ ਫੁੱਲ ਤੇ ਪਰਾਗ ਹੁੰਦਾ ਨਾ ਤੇ ਉਹਨੂੰ ਭੌਰਾ ਖਾਂਦਾ, ਕਹਿੰਦੇ ਇਸੇ ਤਰ੍ਹਾਂ ਸਤਿਗੁਰਾਂ ਦੇ ਚਰਨ ਕਮਲਾਂ ਦੀ ਜਿਹੜੀ ਸ੍ਰੇਸ਼ਟ ਧੂੜੀ ਹੈ ਉਹ ਪਰਾਗ ਦੇ ਸਮਾਨ ਹੈ। ਨਿਜ ਮਨ ਮੱਧਪ ਲੁਭਾਏ ਕੈ ਕਹੋ ਕਥਾ ਅਨੁਰਾਗ। ਮੈਂ ਆਪਣੇ ਮਨ ਰੂਪੀ ਭੋਰੇ ਨੂੰ ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਧੂੜੀ ਦੇ ਪਰਾਗ ਤੇ ਲੁਭਾਏ ਮਾਨ ਕਰਕੇ ਸਤਿਗੁਰਾਂ ਦੀ ਜੋ ਪਵਿੱਤਰ ਅੰਮ੍ਰਿਤ ਕਥਾ ਹੈ, ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਹੈ, ਉਹ ਮੈਂ ਪ੍ਰੇਮ ਸਹਿਤ ਕਹਿੰਦਾ ਹਾਂ, ਪ੍ਰੇਮ ਸਹਿਤ ਕਥਨ ਕਰਦਾ ਹਾਂ। ਚੌਪਈ ਬਾਲਾ ਕਹਿਤ ਸੁਨਤ ਸ਼੍ਰੀ ਅੰਗਦ। ਇਹ ਸਾਰੀ ਕਥਾ ਜੋ ਤੁਸੀਂ ਸਰਵਣ ਕਰ ਰਹੇ ਹੋ, ਇਹ ਭਾਈ ਸਾਹਿਬ ਭਾਈ ਬਾਲਾ ਜੀ ਸੁਣਾ ਰਹੇ ਨੇ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸੁਣ ਰਹੇ ਹਨ। ਸ਼੍ਰੀ ਗੁਰ ਕਥਾ ਦੇਵ ਦੇ ਸੰਪਦ। ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰੂ ਜੀ ਦੀ ਇਹ ਪਾਵਨ ਕਥਾ ਜਿਹੜੀ ਹੈ ਇਹ ਦੈਵੀ ਸੰਪਦਾ ਦੇਣ ਵਾਲੀ ਹੈ। ਦੈਵੀ ਸੰਪਦਾ ਕਿਸ ਨੂੰ ਕਹਿੰਦੇ ਨੇ? ਦੈਵੀ ਸੰਪਦਾ ਕਹਿੰਦੇ ਨੇ ਸ਼ੁਭ ਗੁਣਾਂ ਨੂੰ। ਸਤ, ਸੰਤੋਖ, ਦਇਆ, ਖਿਮਾ, ਇਹ ਜਿਤਨੇ ਵੀ ਸ਼ੁਭ ਗੁਣ ਨੇ ਦੈਵੀ ਸੰਪਦਾ ਹੈ। ਤੋ ਸਤਿਗੁਰਾਂ ਦੀ ਜੋ ਪਵਿੱਤਰ ਕਥਾ ਹੈ ਇਹ ਦੈਵੀ ਸੰਪਦਾ ਦੇਣ ਵਾਲੀ ਹੈ, ਇਹਦੇ ਨਾਲ ਸ਼ੁਭ ਗੁਣ ਪ੍ਰਾਪਤ ਹੁੰਦੇ ਹਨ। ਤ੍ਰਿਪਤ ਨਾ ਹੋਤ ਸ਼ਰਵਣ ਪੁੱਟ ਪੀਏ। ਜਦੋਂ ਗੁਰੂ ਕੇ ਸਿੱਖ ਇਸ ਕਥਾ ਨੂੰ ਆਪਣੇ ਕੰਨਾਂ ਰੂਪੀ ਡੋਨਿਆਂ ਨਾਲ ਪੀਂਦੇ ਨੇ, ਕੰਨਾਂ ਰੂਪੀ ਡੋਨਿਆਂ ਨਾਲ ਇਸ ਕਥਾ ਨੂੰ ਪੀਂਦੇ ਨੇ ਤੇ ਪੀ ਕੇ ਉਹਨਾਂ ਦਾ ਮਨ ਤ੍ਰਿਪਤ ਨਹੀਂ ਹੁੰਦਾ, ਉਹਨਾਂ ਦਾ ਮਨ ਰੱਜਦਾ ਨਹੀਂ, ਸਗੋਂ ਚਿੱਤ ਕਰਦਾ ਹੋਰ ਕਥਾ ਸੁਣੀਏ, ਹੋਰ ਮਹਾਰਾਜ ਜੀ ਦਾ ਜਸ ਸੁਣੀਏ। ਜੇ ਨਾਨਕ ਅਸਥਾਨੀ ਥੀਏ। ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਬਿਰਾਜਮਾਨ ਹੋਏ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਜਾਂ ਬਾਅਦ ਵਿੱਚ ਗੁਰੂ ਅਮਰਦਾਸ ਜੀ 10 ਪਾਤਸ਼ਾਹੀਆਂ। ਬਿਦਤ ਨ ਕਰਤ ਕਲਾ ਜਿਨ ਗੋਈ। ਗੁਰੂ ਨਾਨਕ ਸਾਹਿਬ ਜੀ ਦੀ ਜਗ੍ਹਾ ਤੇ ਜੋ ਗੁਰਤਾ ਗੱਦੀ ਤੇ ਬੈਠੇ ਯਾਨੀ ਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਉਹਨਾਂ ਨੇ ਆਪਣੀ ਕਦੇ ਵੀ ਕੋਈ ਕਲਾ ਪ੍ਰਗਟ ਨਹੀਂ ਕੀਤੀ। ਜਰ ਨੂੰ ਜਰ ਲੈਣ ਦੀ ਮਹਾਨ ਸ਼ਕਤੀ ਦੇ ਧਾਰਨੀ ਸਨ ਧੰਨ ਗੁਰੂ ਅੰਗਦ ਦੇਵ ਸਾਹਿਬ। ਅਜਰ ਨੂੰ ਜਰਨਾ,
ਆਪਣੀ ਕਲਾ ਨੂੰ ਸਤਿਗੁਰੂ ਜੀ ਨੇ ਕਦੇ ਵੀ ਕਿਤੇ ਪ੍ਰਗਟ ਨਹੀਂ ਕੀਤਾ, ਐਸੇ ਗੁਰੂ ਅੰਗਦ ਦੇਵ ਸਾਹਿਬ ਹਨ। ਸੁਨ ਹੈ ਅਜਾਨ ਸਮਾਨੰ ਸੋਈ। ਕਹਿੰਦੇ ਜਦੋਂ ਭਾਈ ਬਾਲਾ ਜੀ ਕਥਾ ਸੁਣਾਉਂਦੇ ਸੀ ਨਾ, ਤੇ ਗੁਰੂ ਅੰਗਦ ਦੇਵ ਸਾਹਿਬ ਜੀ ਇਉਂ ਕਥਾ ਸੁਣਦੇ ਸੀ ਮਾਨੋ ਜਿਵੇਂ ਕੋਈ ਅਣਜਾਣ ਬੰਦਾ ਕਥਾ ਸੁਣਦਾ। ਹਾਲਾਂਕਿ ਜਾਣੀ ਜਾਣ ਸਭ ਕੁਝ ਜਾਣਦੇ ਨੇ। ਇਹ ਸਾਰੀ ਕਥਾ ਗੁਰੂ ਅੰਗਦ ਸਾਹਿਬ ਦੇ ਪਹਿਲੇ ਜਾਮੇ ਦੀ ਹੈ, ਗੁਰੂ ਨਾਨਕ ਸਾਹਿਬ ਦੀ ਕਥਾ, ਉਹ ਤਾਂ ਜਾਣਦੇ ਨੇ। ਪਰ ਭਾਈ ਬਾਲਾ ਜੀ ਪਾਸੋਂ ਇਉਂ ਕਥਾ ਸੁਣਦੇ ਨੇ ਗੁਰੂ ਅੰਗਦ ਸਾਹਿਬ, ਮਾਨੋ ਜਿਵੇਂ ਕੋਈ ਅਣਜਾਣ ਬੰਦਾ ਕਥਾ ਸੁਣਦਾ ਹੋਵੇ, ਉਹਨੂੰ ਪਤਾ ਹੀ ਨਾ ਹੋਵੇ। ਏਦਾਂ ਬੜੇ ਚਾਅ ਨਾਲ ਕਥਾ ਸੁਣਦੇ ਹਨ। ਤ੍ਰਿਕਾ ਲਗ ਦਰਸ਼ੀ ਸਭ ਜਾਣੈ। ਹਾਲਾਂਕਿ ਗੁਰੂ ਅੰਗਦ ਦੇਵ ਸਾਹਿਬ ਜੀ ਤ੍ਰਿਕਾਲਦਰਸ਼ੀ ਨੇ, ਪਿੱਛੇ ਕੀ ਹੋਇਆ ਉਹ ਵੀ ਜਾਣਦੇ ਨੇ, ਹੁਣ ਵਰਤਮਾਨ ਵਿੱਚ ਕੀ ਹੋ ਰਿਹਾ ਉਹ ਵੀ ਜਾਣਦੇ ਨੇ, ਆਉਣ ਵਾਲੇ ਸਮੇਂ 'ਚ ਕੀ ਹੋਣਾ ਉਹ ਵੀ ਜਾਣਦੇ ਨੇ। ਵਰਤਮਾਨ, ਭੂਤ ਕਾਲ ਤੇ ਭਵਿੱਖ ਕਾਲ, ਤਿੰਨਾਂ ਕਾਲਾਂ ਦੇ ਸਤਿਗੁਰੂ ਜੀ ਗਿਆਤਾ ਹਨ, ਸਭ ਕੁਝ ਜਾਣਦੇ ਹਨ। ਗੁਪਤ ਬਿਦਤ ਨਿਜ ਹਿਰਦੈ ਪਛਾਨੈ। ਜੋ ਗੁਪਤ ਹੈ ਉਹ ਵੀ ਹਿਰਦੇ 'ਚ ਜਾਣਦੇ ਨੇ, ਜੋ ਪ੍ਰਗਟ ਹੈ ਉਹਨੂੰ ਵੀ ਸਤਿਗੁਰੂ ਜੀ ਪਛਾਣਦੇ ਹਨ। ਜੋ ਸੰਗੀ ਬਹੁ ਬੇਖ ਕਰੇਈ। ਪਰ ਸਤਿਗੁਰੂ ਜੀ ਨੇ ਆਪਣਾ ਆਪ ਲੁਕਾਇਆ ਹੋਇਆ ਹੈ। ਜਿਵੇਂ ਕੋਈ ਸਵਾਂਗੀ ਬਾਹਰੋਂ ਹੋਰ ਤਰ੍ਹਾਂ ਦਾ ਭੇਖ ਬਣਾ ਕੇ ਲੋਕਾਂ ਨੂੰ ਵਿਖਾਉਂਦਾ ਹੈ, ਏਕ ਜੋਤ ਦਸ ਰੂਪ ਤਰੇਈ। ਇਸੇ ਤਰ੍ਹਾਂ ਜੋਤ ਇੱਕੋ ਹੀ ਹੈ, ਕੇਵਲ ਬਾਹਰਲੇ 10 ਰੂਪ ਧਾਰਨ ਕੀਤੇ ਨੇ ਸਵਾਂਗੀ ਵਾਂਗੂ ਮਹਾਰਾਜ ਨੇ, ਅੰਦਰ ਜੋਤ ਇੱਕੋ ਹੀ ਹੈ। ਆਪਣਾ ਆਪ ਨ ਕਬਹਿ ਜਨਾਇਓ। ਕਦੇ ਆਪਣਾ ਆਪ ਨਹੀਂ ਜਣਾਇਆ, ਪ੍ਰਗਟ ਨਹੀਂ ਕੀਤਾ। ਭਗਤ ਰੂਪ ਧਰ ਭਗਤ ਕਹਾਇਓ। ਸਗੋਂ ਭਗਤ ਰੂਪ ਧਾਰਨ ਕਰਕੇ ਆਪਣੇ ਆਪ ਨੂੰ ਪਰਮੇਸ਼ਰ ਦਾ ਭਗਤ ਕਹਾਇਆ। ਹਾਲਾਂਕਿ ਹੈਨ ਆਪ ਹੀ ਪਰਮੇਸ਼ਰ, ਹੈਨ ਆਪ ਹੀ ਰੱਬ, ਪਰ ਕਦੇ ਆਪਣੇ ਆਪ ਨੂੰ ਰੱਬ ਰੂਪ ਹੋ ਕੇ ਪ੍ਰਗਟ ਨਹੀਂ ਕੀਤਾ। ਸਤਿਗੁਰਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਦਾ ਭਗਤ ਜਾਣ ਕੇ ਸੰਸਾਰ 'ਚ ਪ੍ਰਗਟ ਕੀਤਾ ਹੈ, ਆਪਣੇ ਆਪ ਨੂੰ ਪਰਮੇਸ਼ਰ ਦਾ ਭਗਤ ਹੀ ਕਹਾਇਆ ਹੈ। ਦੋਹਰਾ ਸਾਂਗੀ ਪਾਛਲ ਬੇਖ ਕੋ, ਕਬ ਨਾ ਬਤਾਵਹਿ ਸੋਏ। ਜਿਹੜਾ ਸਵਾਂਗੀ ਹੁੰਦਾ ਨਾ, ਸਵਾਂਗ ਰਚਣ ਵਾਲਾ, ਉਹ ਜਦੋਂ ਆਪਣਾ ਭੇਸ ਪਹਿਲਾਂ ਉਹਨੇ ਜਿਹੜਾ ਬਣਾਇਆ ਹੁੰਦਾ ਤੇ ਉਹਨੂੰ ਦੱਸਦਾ ਨਹੀਂ ਹੁੰਦਾ ਵੀ ਮੈਂ ਪਹਿਲਾਂ ਇਸ ਭੇਸ 'ਚ ਆਇਆ ਸੀ। ਦੁਬਾਰਾ ਜਦੋਂ ਆਉਂਦਾ ਦੂਸਰੇ ਭੇਸ 'ਚ ਆ ਜਾਂਦਾ, ਤੀਸਰੀ ਵਾਰ ਆਉਂਦਾ ਫਿਰ ਨਵਾਂ ਭੇਸ ਬਣਾ ਕੇ ਆਉਂਦਾ, ਤੇ ਉਹ ਪਹਿਲੇ ਭੇਸ ਬਾਰੇ ਦੱਸਦਾ ਨਹੀਂ ਹੈ ਕਿ ਮੈਂ ਇਹ ਪਹਿਲਾਂ ਭੇਸ ਧਾਰਨ ਕੀਤਾ ਸੀ। ਉਹ ਆਪਣੇ ਪਹਿਲੇ ਭੇਸ ਨੂੰ ਵੀ ਲੁਕਾ ਕੇ ਰੱਖਦਾ ਹੈ। ਵੇਖ ਤਰੇ ਜਸ ਕ੍ਰਿਤ ਤਸ, ਇਹ ਜਾਣ ਹੈ ਸਭ ਕੋਏ। ਜਿਸ ਤਰ੍ਹਾਂ ਦੀ ਕਿਰਤ ਕਰਦਾ ਉਦਾਂ ਦਾ ਹੀ ਉਹ ਭੇਸ ਬਣਾ ਕੇ ਲੋਕਾਂ ਨੂੰ ਵਿਖਾਉਂਦਾ, ਤੇ ਲੋਕ ਸਮਝਦੇ ਨੇ ਵੀ ਇਹ ਪਹਿਲਾਂ ਉਹ ਨਹੀਂ, ਪਹਿਲਾਂ ਦੂਜਾ ਸੀ, ਹੁਣ ਦੂਜਾ ਆਇਆ। ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਵਰੂਪ ਧਾਰਨ ਕੀਤਾ, ਉਹਨਾਂ ਨੇ ਜੋ ਕੀਤੇ ਚੋਜ, ਉਹ ਗੁਰੂ ਅੰਗਦ ਸਾਹਿਬ ਨੇ ਦੂਸਰਾ ਜਾਮਾ ਧਾਰਨ ਕੀਤਾ, ਬਾਹਰਲਾ ਸਵਾਂਗ ਦੂਸਰਾ ਰਚਿਆ, ਤੇ ਦੂਸਰਾ ਲੋਕ ਇਹੀ ਸਮਝਦੇ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਹੋਰ ਸਨ ਤੇ ਗੁਰੂ ਅੰਗਦ ਸਾਹਿਬ ਹੋਰ ਨੇ। ਪਰ ਗੁਰੂ ਕੇ ਸਿੱਖੇ ਜਾਣਦੇ ਨੇ ਕਿ ਗੁਰੂ ਨਾਨਕ ਹੀ ਗੁਰੂ ਅੰਗਦ ਦੇਵ ਹਨ ਤੇ ਗੁਰੂ ਅੰਗਦ ਦੇਵ ਹੀ ਗੁਰੂ ਨਾਨਕ ਹਨ। ਗੁਰੂ ਕਿਉਂਕਿ ਜਿਹੜਾ ਜਮੂਰਾ ਹੁੰਦਾ ਉਹ ਨਹੀਂ ਭਟਕਦਾ, ਉਹਨੂੰ ਪਤਾ ਹੁੰਦਾ, ਸਵਾਂਗੀ ਦੇ ਨਾਲ ਰਹਿੰਦਾ ਨਾ। ਬਾਕੀ ਜਿਹੜੀ ਦੁਨੀਆ ਬਾਹਰਲੀ ਵੇਖਦੀ ਹੁੰਦੀ ਹੈ ਉਹ ਭਰਮ ਜਾਂਦੇ ਆ, ਉਹ ਸੋਚਦੇ ਆ ਵੀ ਪਹਿਲਾਂ ਹੋਰ ਸੀ ਸਵਾਂਗੀ, ਆ ਦੂਜਾ ਬੰਦਾ ਆਇਆ। ਜਿਹੜਾ ਨਾਲ ਰਹਿੰਦਾ ਜਮੂਰਾ ਉਹਨੂੰ ਸਾਰਾ ਕੁਝ ਪਤਾ ਹੁੰਦਾ। ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਨੇ ਉਹ ਨਹੀਂ ਭਰਮਦੇ, ਉਹ ਜਾਣਦੇ ਹਨ। ਸ੍ਰੀ ਬਾਲਾ ਸੰਧੂਰ ਵਾਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਨੇ। ਦੋਹਰਾ ਭਈ ਏ ਮਨਾਵਾਦ ਮਹਿ, ਇਹ ਬਿਦ ਕਥਾ ਸੁਜਾਨ। ਕਹਿੰਦੇ ਇਹ ਤਾਂ ਅਸੀਂ ਪਿੱਛੇ ਜੋ ਏਮਨਾਬਾਦ ਦਾ ਪ੍ਰਸੰਗ, ਜਿਵੇਂ ਮਲਕ ਭਾਗੋ ਨਾਲ ਮਹਾਰਾਜ ਜੀ ਨੇ ਚੋਜ ਕੀਤਾ, ਮਲਕ ਭਾਗੋ ਦੇ ਘਰ ਜਾ ਕੇ ਜੋ ਸਤਿਗੁਰਾਂ ਨੇ ਆਪਣੀ ਕਲਾ ਵਿਖਾਈ ਹੈ, ਇਹ ਤਾਂ ਏਮਨਾਬਾਦ ਦਾ ਪ੍ਰਸੰਗ ਹੈ ਜੋ ਤੁਸੀਂ ਪਿੱਛੇ ਸੁਣਿਆ। ਅਬ ਤਲਵੰਡੀ ਕੀ ਕਹੋ, ਸੁਨੀਐ ਦਇਆ ਨਿਧਾਨ। ਭਾਈ ਬਾਲਾ ਜੀ ਕਹਿੰਦੇ ਹੁਣ ਮੈਂ ਤੁਹਾਨੂੰ ਰਾਏ ਭੋਏ ਦੀ ਤਲਵੰਡੀ ਦੀ ਕਥਾ ਸੁਣਾਉਣਾ, ਕਿਉਂਕਿ ਭਾਈ ਮਰਦਾਨਾ ਜੀ ਗਏ ਉੱਥੇ
ਭਾਈ ਬਾਲਾ ਜੀ ਕਹਿੰਦੇ ਮੈਂ ਪਹਿਲਾਂ ਆ ਗਿਆ ਸੀ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ। ਹੁਣ ਜੋ ਤਲਵੰਡੀ ਸਾਹਿਬ ਦੇ ਵਿੱਚ ਹੋਇਆ ਹੈ, ਹੇ ਗੁਰੂ ਅੰਗਦ ਦੇਵ ਸਾਹਿਬ, ਉਹ ਵੀ ਆਪ ਜੀ ਪਿਆਰ ਨਾਲ ਸਰਵਣ ਕਰੋ। ਚੌਪਈ ਬਾਲਾ ਧਰ ਧਿਆਨ ਸੁਖ ਰਾਸੂ। ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਨ ਕਰਕੇ ਉਚਰਨ ਲੱਗਾ ਬਹੁਰ ਇਤਿਹਾਸੂ। ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਇਤਿਹਾਸ ਭਾਈ ਬਾਲਾ ਜੀ ਸਰਵਣ ਕਰਾਉਣ ਲੱਗੇ। ਪੂਰਬ ਤਲਵੰਡੀ ਹੋ ਆਇਓ। ਕਹਿਣ ਲੱਗੇ ਮਹਾਰਾਜ ਮੈਂ ਪਹਿਲਾਂ ਤਲਵੰਡੀ ਆ ਗਿਆ ਸੀ ਸੁਲਤਾਨਪੁਰ ਸਾਹਿਬ ਤੋਂ, ਪਿੱਛੇ ਆਪ ਜੀ ਨੇ ਕਥਾ ਸੁਣੀ ਹੈ। ਜਦੋਂ ਭਾਈ ਬਾਲੇ ਨੇ ਗੁਰੂ ਨਾਨਕ ਸਾਹਿਬ ਤੋਂ ਆਗਿਆ ਲਈ ਤੇ ਸੁਲਤਾਨਪੁਰ ਸਾਹਿਬ ਤੋਂ ਤਲਵੰਡੀ ਆ ਗਏ ਸੀ। ਕਹਿੰਦੇ ਮੈਂ ਪਹਿਲਾਂ ਆ ਗਿਆ ਸੀ ਤਲਵੰਡੀ। ਕਾਲੂ ਕੋ ਕਹਿ ਜਾਏ ਸੁਨਾਇਓ। ਕਹਿੰਦੇ ਮੈਂ ਚਲਾ ਗਿਆ ਆਪਣੇ ਘਰ, ਭਾਈ ਬਾਲਾ ਜੀ ਕਹਿੰਦੇ, ਤੇ ਮੇਰੇ ਘਰ ਆਉਣ ਦੀ ਖਬਰ ਕਿਸੇ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਜਾ ਕੇ ਸੁਣਾਈ ਕਿ ਤੁਹਾਡੇ ਪੁੱਤਰ ਦਾ ਸਾਥੀ ਭਾਈ ਬਾਲਾ ਉਹ ਵਾਪਸ ਆ ਗਿਆ ਤਲਵੰਡੀ ਆਪਣੇ ਘਰ। ਕਹਿੰਦੇ ਮੇਰੇ ਆਉਣ ਦੀ ਖਬਰ ਜਾ ਕੇ ਕਿਸੇ ਨੇ ਪਟਵਾਰੀ ਨੂੰ ਦਿੱਤੀ। ਸੁਨ ਕਰ ਤੂਰਨ ਆਵਾ ਧਾਈ। ਕਹਿੰਦੇ ਸੁਣਦਿਆਂ ਸਾਰ ਪਿਤਾ ਜੀ ਬਿਨਾਂ ਦੇਰੀ ਤੋਂ ਚੱਲ ਕੇ ਮੇਰੇ ਘਰ ਆ ਗਏ ਮੈਨੂੰ ਮਿਲਣ। ਪੂਜਨ ਲੱਗਾ ਕੁਸ਼ਲ ਮੁਝ ਤਾਈ। ਮੈਨੂੰ ਆ ਕੇ ਪਹਿਲਾਂ ਉਹਨਾਂ ਨੇ ਰਾਜੀ ਖੁਸ਼ੀ ਪੁੱਛਿਆ, ਹਾਂ ਭਾਈ ਬਾਲਿਆ ਠੀਕ ਠਾਕ ਹੈ, ਰਾਜੀ ਖੁਸ਼ੀ ਹੈ? ਕਹਿੰਦੇ ਪਹਿਲਾਂ ਮੈਨੂੰ ਆ ਕੇ ਇਦਾਂ ਪੁੱਛਿਆ। ਦੇ ਕਰ ਕੁਸ਼ਲ ਨਾਨਕੀ ਕੀ ਤਬ। ਫਿਰ ਮੈਂ ਉਹਨੇ ਬੇਬੇ ਨਾਨਕੀ ਜੀ ਦੇ ਬਾਰੇ ਪੁੱਛਿਆ, ਭਾਈਏ ਜੈ ਰਾਮ ਬਾਰੇ ਪੁੱਛਿਆ। ਕਹਿੰਦੇ ਮੈਂ ਸਾਰਿਆਂ ਦਾ ਰਾਜੀ ਖੁਸ਼ੀ ਦਾ ਸੁਨੇਹਾ ਦਿੱਤਾ। ਪੁਨ ਨਾਨਕ ਬਿਰਤਾਂਤ ਭਨਿਓ ਸਭ। ਫਿਰ ਮੈਨੂੰ ਉਹਨਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਪੁੱਛਿਆ। ਭਾਈ ਬਾਲਾ ਜੀ ਕਹਿੰਦੇ ਫਿਰ ਮੈਂ ਜੋ ਵੇਖ ਕੇ ਆਇਆ ਸੀ ਉੱਥੇ, ਉਹ ਸਾਰਾ ਬਿਰਤਾਂਤ, ਉਹ ਸਾਰਾ ਪ੍ਰਸੰਗ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸੁਣਾਇਆ। ਰਹੇ 3 ਦਿਨ ਸਰਤਾ ਮਾਹੀ। ਮੈਂ ਦੱਸਿਆ ਕਿ 3 ਦਿਨ ਵੇਈ ਨਦੀ ਦੇ ਪਾਣੀ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਪਤ ਰਹੇ। ਨਿਕਸੇ ਬਹੁਰ ਕਰੀ ਕ੍ਰਿਤ ਨਾਹੀ। ਤੇ 3 ਦਿਨਾਂ ਬਾਅਦ ਵੇਈ ਚੋਂ ਪ੍ਰਗਟ ਹੋ ਕੇ ਉਹਨਾਂ ਨੇ ਮੁੜ ਕੇ ਕਿਰਤ ਨਹੀਂ ਕੀਤੀ, ਮੋਦੀ ਖਾਨੇ ਦਾ ਕੰਮ ਨਹੀਂ ਕੀਤਾ। ਆਪਨ ਕੋ ਸਭ ਦਰਬ ਲੁਟਾਇਆ। ਔਰ ਸਾਰਾ ਮੋਦੀ ਖਾਨਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥੀਂ ਲੁਟਾ ਦਿੱਤਾ। ਤਬ ਹੈ ਨਿਬਾਬ ਹਿਸਾਬ ਕਰਾਇਆ। ਤੇ ਹੇ ਪਿਤਾ ਜੀ, ਬਾਅਦ ਵਿੱਚ ਨਵਾਬ ਦੌਲਤ ਖਾਨ ਨੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਕਰਵਾਇਆ। ਦੋਹਰਾ ਨਿਕਸੇ ਬਾਕੀ 7 ਸੈ 60 ਰਜਤ ਪਣ ਔਰ। ਜਦੋਂ ਹਿਸਾਬ ਕਿਤਾਬ ਕਰਵਾਇਆ ਤੇ 760 ਰੁਪਏ ਗੁਰੂ ਨਾਨਕ ਸਾਹਿਬ ਦੇ ਵਧੇ, ਜੋ ਜੋ ਉਹਨਾਂ ਨੇ ਨਵਾਬ ਦੌਲਤ ਖਾਨ ਕੋਲੋਂ ਲੈਣੇ ਸਨ। ਅਰਦ ਲਏ ਮੂਲੇ ਤਬੇ ਕਰ ਪੁਕਾਰ ਤੇ ਠੌਰ। ਤੇ ਹੇ ਪਿਤਾ ਜੀ, ਤੁਹਾਡੇ ਕੋੜਮ ਬਾਬਾ ਮੂਲ ਚੰਦ ਜੀ ਉੱਥੇ ਪਹੁੰਚ ਗਏ। ਉਹਨਾਂ ਨੇ ਅੱਧੇ ਪੈਸੇ ਦੌਲਤ ਖਾਨ ਕੋਲੋਂ ਲੈ ਲਏ ਨੇ, ਔਰ ਅੱਧੇ ਪੈਸੇ ਦੌਲਤ ਖਾਨ ਨੇ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨਾਲ ਫਕੀਰਾਂ ਵਿੱਚ ਵੰਡ ਦਿੱਤੇ। ਚੌਪਈ ਰਹਿਓ ਸ਼੍ਰੀ ਚੰਦਪੁਰ ਸੁਲਤਾਨਾ। ਬਾਬਾ ਸ਼੍ਰੀ ਚੰਦ ਜੀ ਇਸ ਵੇਲੇ ਸੁਲਤਾਨਪੁਰ ਸਾਹਿਬ ਨੇ ਬੇਬੇ ਨਾਨਕੀ ਕੋਲ। ਮੂਲਾ ਲੈ ਕਰ ਸੁਤਾ ਪਿਆਨਾ। ਤੇ ਮਾਤਾ ਸੁਲੱਖਣੀ ਜੀ ਔਰ ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਨੂੰ ਬਾਬਾ ਮੂਲ ਚੰਦ ਜੀ ਆਪਣੇ ਨਾਲ ਬਟਾਲੇ ਲੈ ਗਏ ਹਨ। ਪੁਨ ਮਸੀਤ ਮੈਂ ਜੈਸੇ ਹੋਈ। ਭਾਈ ਬਾਲਾ ਜੀ ਕਹਿੰਦੇ ਫਿਰ ਮੈਂ ਮਸੀਤ ਦੀ ਕਥਾ ਸੁਣਾਈ ਸਾਰੀ, ਕਿ ਉੱਥੇ ਨਮਾਜ਼ ਪੜ੍ਹਨ ਵਾਸਤੇ ਸਤਿਗੁਰਾਂ ਨੂੰ ਨਾਲ ਲੈ ਗਏ ਸਨ। ਕਿਵੇਂ ਸਤਿਗੁਰਾਂ ਨੇ ਅੰਤਰਯਾਮਤਾ ਨਾਲ ਤਿਨਾਂ ਦੇ ਦਿਲਾਂ ਦੀਆਂ ਦੱਸੀਆਂ। ਕਾਲੂ ਢਿਗ ਮੈਂ ਪਾਖੀ ਸੋਈ। ਭਾਈ ਬਾਲਾ ਜੀ ਕਹਿੰਦੇ ਮੈਂ ਕੱਲੀ ਕੱਲੀ ਗੱਲ ਜੋ ਸੁਲਤਾਨਪੁਰ ਸਾਹਿਬ 'ਚ ਹੋਈ ਸੀ, ਵੇਖਿਆ ਸੀ ਮੈਂ, ਉਹ ਸਾਰਾ ਪ੍ਰਸੰਗ ਮੈਂ ਪਿਤਾ ਮਹਿਤਾ ਕਾਲੂ ਜੀ ਨੂੰ ਸੁਣਾਇਆ। ਸ਼੍ਰੀ ਨਾਨਕ ਲਖ ਹਰੇ ਅਵਤਾਰਾ। ਫਿਰ ਮੈਂ ਆਖਿਆ ਪਿਤਾ ਜੀ, ਗੁਰੂ ਨਾਨਕ ਸਾਹਿਬ ਜੀ ਨੂੰ ਤੁਸੀਂ ਆਪਣਾ ਪੁੱਤਰ ਸਮਝਦੇ ਹੋ, ਉਹ ਤਾਂ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਇਸ ਧਰਤੀ ਤੇ ਪ੍ਰਤੱਖ ਅਵਤਾਰ ਹਨ। ਕੁਲ ਤੁਮਰੀ ਮੈਂ ਭਇਓ ਉਜਾਰਾ। ਤੁਹਾਡੀ ਕੁਲ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ। ਵੈਸੇ ਵਹਿਰ ਅਬ ਹੈ ਉਦਿਆਨਾ। ਤੇ ਮੈਂ ਜਦੋਂ ਉੱਥੋਂ ਚੱਲ ਕੇ ਆਇਆ ਸੁਲਤਾਨਪੁਰ ਸਾਹਿਬ ਤੋਂ, ਤੇ ਉਹ ਨਗਰ ਤੋਂ ਬਾਹਰ ਹੀ ਬੈਠੇ ਨੇ, ਨਗਰ 'ਚ ਨਹੀਂ ਜਾਂਦੇ।
ਉਹ ਨਗਰ ਤੋਂ ਬਾਹਰ ਉਜਾੜ ਵਿੱਚ ਜੰਗਲ 'ਚ ਬੈਠੇ ਹੋਏ ਨੇ। ਕਬ ਕਬ ਆਵੈ ਸੁਸਾ ਸਥਾਨਾ, ਕਦੇ ਕਦੇ ਬੇਬੇ ਨਾਨਕੀ ਦੇ ਸੱਦਣ ਤੇ ਉਹਨਾਂ ਦੇ ਘਰ ਆਉਂਦੇ ਹਨ। ਹਾਂਜੀ, ਸੁਨ ਕਰ ਕਾਲੂ ਰਿਸ ਉਪਜਾਈ। ਇਹ ਸੁਣ ਕੇ ਪਿਤਾ ਮਹਿਤਾ ਕਾਲੂ ਜੀ ਬੜੇ ਗੁੱਸੇ ਵਿੱਚ ਆਏ। ਬਹੁ ਬਿਦ ਮੁਝ ਸੋ ਕੀਨ ਲੜਾਈ। ਭਾਈ ਬਾਲਾ ਜੀ ਕਹਿੰਦੇ ਪਿਤਾ ਜੀ ਮੇਰੇ ਨਾਲ ਬੜਾ ਲੜੇ, ਉਹਨਾਂ ਮੇਰੇ ਨਾਲ ਬੜੀ ਲੜਾਈ ਕੀਤੀ। ਨਾਨਕ ਕਰ ਤੋ ਬਹੁਤ ਕਮਾਈ। ਕਹਿਣ ਲੱਗੇ ਉਹ ਬਾਲਿਆ, ਨਾਨਕ ਤਾਂ ਬੜਾ ਕਮਾਊ ਪੁੱਤ ਸੀ ਮੇਰਾ, ਉਹ ਬੜੀ ਕਮਾਈ ਕਰਦਾ ਸੀ ਮੋਦੀ ਖਾਨੇ ਵਿੱਚ। ਸੋ ਬਾਲੈ ਤੈ ਦੀਨ ਗਵਾਈ। ਉਹ ਜਿੰਨੀ ਕਮਾਈ ਸੀ ਤੇਰੇ ਹੱਥ 'ਚ ਰਹਿੰਦੀ ਸੀ, ਤੂੰ ਗਵਾਈ ਐ ਸਾਰੀ। ਪਿਤਾ ਜੀ ਕਹਿੰਦੇ ਭਾਈ ਬਾਲੇ ਨੂੰ, ਕਹਿੰਦੇ ਬਾਲਿਆ ਮੇਰਾ ਪੁੱਤ ਬੜੀ ਕਮਾਈ ਕਰਦਾ ਸੀ, ਪਰ ਉਹ ਸਾਰੀ ਕਮਾਈ ਤੂੰ ਆਪਣੇ ਹੱਥੋਂ ਗਵਾਈ ਐ। ਦੋਹਰਾ ਮੋਦੀ ਕ੍ਰਿਤ ਮੈਂ ਦਰਬ ਵਹ ਵਦਤ ਆਵਤੋ ਹਾਥ। ਮੋਦੀ ਦੀ ਕ੍ਰਿਤ 'ਚ ਪੈਸਾ ਹੀ ਬਹੁਤ ਸੀ, ਮੈਂ ਵੇਖ ਕੇ ਆਇਆ ਆਪ ਕਿੰਨਾ ਮੋਦੀ ਖਾਨਾ ਚੱਲਦਾ ਸੀ, ਉਹਦੇ ਵਿੱਚ ਤਾਂ ਰੋਜ਼ ਹੀ ਪੈਸੇ ਵੱਧਦੇ ਸਨ। ਸੋ ਬਾਲੇ ਤੈਂ ਖੋਏ ਕਰ ਦੀਨ ਫਕੀਰਨ ਸਾਥ। ਉਹ ਸਾਰਾ ਪੈਸਾ ਤੇਰੇ ਹੱਥ ਵਿੱਚ ਹੁੰਦਾ ਸੀ ਬਾਲਿਆ, ਤੂੰ ਗਵਾਇਆ ਤੇ ਸਾਰਾ ਕੁਝ ਗਵਾ ਕੇ ਤੇ ਮੇਰੇ ਪੁੱਤ ਨੂੰ ਹੁਣ ਫਕੀਰ ਬਣਾ ਕੇ ਆ ਗਏ। ਤੂੰ ਮੇਰੇ ਪੁੱਤ ਨੂੰ ਫਕੀਰਾਂ ਨਾਲ ਰਲਾ ਆਇਆ। ਚੌਪਈ ਤਾਹੇ ਰਲਾਏ ਫਕੀਰਨ ਮਾਹੀ। ਔਰ ਮੇਰੇ ਪੁੱਤ ਨਾਨਕ ਨੂੰ ਫਕੀਰਾਂ ਵਿੱਚ ਰਲਾ ਕੇ ਕੁਲ ਉਦਰੀ ਤਬ ਮੁਝ ਸੋ ਪ੍ਰਾਹੀ। ਤੇ ਮੈਨੂੰ ਆ ਕੇ ਕਹਿਣਾ ਪਿਤਾ ਜੀ ਤੁਹਾਡੀ ਕੁੱਲ ਉਧਰ ਗਈ ਹੈ, ਮੇਰੇ ਪੁੱਤ ਨੂੰ ਫਕੀਰਾਂ 'ਚ ਰਲਾ ਕੇ ਆ ਗਿਆ, ਪੈਸਾ ਸਾਰਾ ਉਜਾੜਿਆ ਤੂੰ, ਪੁੱਤ ਮੇਰੇ ਨੂੰ ਫਕੀਰ ਬਣਾਇਆ ਤੂੰ, ਤੇ ਘਰ ਆ ਕੇ ਮੈਨੂੰ ਕਹਿਣਾ ਵੀ ਮੇਰੀ ਕੁੱਲ ਉਧਰ ਗਈ ਐ। ਸੁਖ ਸੋ ਆਪ ਆਨ ਕਰ ਬੈਸਾ। ਆਪ ਤੂੰ ਸੁੱਖ ਨਾਲ ਘਰ ਆ ਕੇ ਬਹਿ ਗਿਆ, ਟੱਬਰ ਵਿੱਚ ਪਰਿਵਾਰ ਵਿੱਚ ਬਹਿ ਗਿਆ। ਦਰਬ ਲੁਟਾਵਤ ਨਹੀਂ ਰਖੇਸਾ। ਔਰ ਜਿੰਨਾ ਪੈਸਾ ਮੇਰੇ ਪੁੱਤ ਨੇ ਕਮਾਇਆ ਸੀ ਉਹ ਸਾਰਾ ਲੁਟਾ ਦਿੱਤਾ, ਨਹੀਂ ਰੱਖਿਆ। ਇਕ ਥੋ ਦਰਬ ਨਾ ਕਛ ਕਰਵਾਇਓ। ਤੂੰ ਨਾਲ ਸੀ, ਤੂੰ ਸਿਆਣਾ ਸੀ, ਤੈਨੂੰ ਮੈਂ ਕਾਹਨੂੰ ਭੇਜਿਆ ਸੀ ਨਾਲ? ਤੂੰ ਨਾਲ ਹੋ ਕੇ ਕਿਉਂ ਪੈਸਾ ਇਕੱਠਾ ਨਹੀਂ ਕਰਵਾਇਆ? ਜੋ ਆਵਤ ਸਭ ਬਾਦ ਲੁਟਾਇਓ। ਜੋ ਆਉਂਦਾ ਸੀ ਸਾਰਾ ਕੁਝ ਵਿਅਰਥ ਹੀ ਲੁਟਾ ਦਿੱਤਾ। ਖਾਵਤ ਖਰਚਤ ਇੱਕ ਸੀ ਜੋਰੀ। ਉਹ ਤਾਂ ਹੋ ਜਿਹਾ ਸੀ, ਤੂੰ ਵੀ ਨਾਲ ਰਲ ਗਿਆ, ਇੱਕੋ ਜੀ ਜੋੜੀ ਰਲ ਗਈ ਖਾਣ ਖਰਚਣ ਵਾਲੀ। ਧਨ ਕੀ ਗਮੀ ਨਾ ਮਨ ਮੈਂ ਥੋਰੀ। ਤੁਹਾਡੇ ਮਨ 'ਚ ਥੋੜਾ ਜਿੰਨਾ ਵੀ ਗਮ ਨਹੀਂ ਸੀ ਵੀ ਇਹ ਪੈਸਾ ਕਮਾਉਣਾ ਕਿੰਨਾ ਔਖਾ ਹੈ ਤੇ ਉਜਾੜਨਾ ਕਿੰਨਾ ਸੌਖਾ ਹੈ। ਸੁਨ ਕਰ ਮੈਂ ਪੁਨ ਬਚਨ ਅਲਾਏ। ਪਿਤਾ ਜੀ ਨੇ ਜਦੋਂ ਇਹ ਤਾੜਨਾ ਕੀਤੀ ਨਾ ਭਾਈ ਬਾਲੇ ਨੂੰ, ਸੁਣ ਕੇ ਭਾਈ ਬਾਲਾ ਜੀ ਕਹਿੰਦੇ ਮੈਂ ਅੱਗੋਂ ਬੋਲਿਆ। ਸੁਤਾ ਸੁਤਾ ਪਤ ਬੁੱਝ ਹੋ ਜਾਏ। ਕਹਿਣ ਲੱਗੇ ਪਿਤਾ ਜੀ ਮੇਰੇ ਨਾਲ ਕਾਹਨੂੰ ਲੜਦੇ ਹੋ? ਮੈਂ ਤਾਂ ਨੌਕਰ ਸੀ, ਦਾਸ ਸੀ ਉਹਨਾਂ ਦਾ। ਗੱਲ ਕਰਨੀ ਆਪਣੇ ਧੀ ਜਵਾਈ ਨਾਲ ਕਰੋ, ਤੁਹਾਡੇ ਉੱਥੇ ਰਹਿੰਦੇ ਆ ਜਿਨ੍ਹਾਂ ਦੇ ਹਵਾਲੇ ਕੀਤਾ ਤੁਸੀਂ ਆਪਣੇ ਪੁੱਤ ਨੂੰ। ਮੇਰੇ ਗੱਲ ਕਿਉਂ ਪੈਂਦੇ ਹੋ? ਮੇਰੇ ਨਾਲ ਕਿਉਂ ਲੜਦੇ ਹੋ? ਜੇ ਲੜਨਾ ਹੈ, ਜੇ ਗੱਲ ਕਰਨੀ ਹੈ ਤੇ ਆਪਣੇ ਧੀ ਜਵਾਈ ਨਾਲ ਗੱਲ ਕਰੋ, ਬੇਬੇ ਨਾਨਕੀ ਤੇ ਭਾਈਏ ਜੈ ਰਾਮ ਨਾਲ। ਬਿਨਾ ਲਖੇ ਕਿਉਂ ਕਰ ਹੋ ਰੋਸੂ। ਬਿਨਾ ਜਾਣਿਆ ਮੇਰੇ ਤੇ ਕਿਉਂ ਰੋਸ ਕਰਦੇ ਹੋ? ਮੇਰੇ ਤੇ ਕਾਹਦਾ ਤੋੜਾ ਝਾੜਦੇ ਹੋ? ਦਿਨ ਹੈ ਬੂਝ ਮੁਝ ਦੀਜੈ ਦੋਸ਼ੂ। ਪਹਿਲਾਂ ਉਹਨਾਂ ਨੂੰ ਪੁੱਛ ਲਓ, ਆਪਣੀ ਧੀ ਨੂੰ ਪੁੱਛੋ, ਜਵਾਈ ਨੂੰ ਪੁੱਛੋ। ਜੇ ਉਹ ਆਖਣ ਵੀ ਬਾਲੇ ਦਾ ਕਸੂਰ ਹੈ ਤੇ ਜਿੰਨਾ ਮਰਜ਼ੀ ਮੈਨੂੰ ਗਾਲਾਂ ਕੱਢੋ, ਜਿੰਨੇ ਮਰਜ਼ੀ ਮੈਨੂੰ ਗੁੱਸੇ ਹੋਵੋ, ਪਹਿਲਾਂ ਪੁੱਛ ਲਵੋ ਉਹਨਾਂ ਨੂੰ ਵੀ ਕਸੂਰ ਕਿਹਦਾ ਹੈ। ਦੋਹਰਾ ਬਹੁਤ ਬਰਖ ਮੈਂ ਆਪਣੀ ਦਈ ਕਮਾਈ ਖੋਏ। ਕਹਿੰਦੇ ਪਿਤਾ ਜੀ ਮੈਂ ਤਾਂ ਬਹੁਤੇ ਸਾਲ ਕਮਾਈ ਕੀਤੀ ਨਹੀਂ, 10 ਸਾਲ ਤੋਂ ਵੀ ਵੱਧ ਸਮਾਂ ਗੁਰੂ ਨਾਨਕ ਸਾਹਿਬ ਦੇ ਨਾਲ ਮੈਂ ਉੱਥੇ ਸੁਲਤਾਨਪੁਰ ਸਾਹਿਬ ਲਾ ਦਿੱਤਾ ਹੈ। ਮੈਂ ਤਾਂ ਘਰ ਦੀ ਕਮਾਈ ਵੀ ਛੱਡੀ ਹੋਈ ਸੀ। ਸ਼੍ਰੀ ਨਾਨਕ ਸੰਗ ਰਹਤੇ ਹੋ ਜਾਣਤ ਹੈ ਸਭ ਕੋ। ਸਾਰੀ ਦੁਨੀਆ ਜਾਣਦੀ ਆ, ਸਾਰਾ ਤਲਵੰਡੀ ਜਾਣਦਾ ਕਿ ਮੈਂ ਤਕਰੀਬਨ 14 ਸਾਲ ਦੇ ਨੇੜੇ ਦਾ ਸਮਾਂ ਗੁਰੂ ਨਾਨਕ ਸਾਹਿਬ ਨਾਲ ਉੱਥੇ ਰਹਿ ਕੇ ਬਤੀਤ ਕੀਤਾ। ਕੋਈ ਕਮਾਈ ਨਹੀਂ ਕੀਤੀ, ਸਿਰਫ ਇਸ ਕਰਕੇ ਰਹਿ ਕੇ ਬਤੀਤ ਕੀਤਾ ਕਿ ਮੇਰਾ ਜੀਵਨ ਸਫਲ ਹੋ ਜਾਏ। ਮੈਂ ਉੱਥੇ ਪੈਸਾ ਕਮਾਉਣ ਨਹੀਂ ਸੀ ਗਿਆ ਪਿਤਾ ਜੀ,
ਮੈਂ ਤਾਂ ਸਗੋਂ ਆਪਣੀ ਕਮਾਈ ਵੀ ਘਰ ਖੇਤੀ ਛੱਡ ਕੇ ਗਿਆ ਹਾਂ। ਚੌਪਈ ਧਨ ਕੀ ਮੁਝ ਕੋ ਰੰਚ ਨਾ ਚਾਹੀ। ਮੈਨੂੰ ਕਿਸੇ ਪੈਸੇ ਦੀ ਧਨ ਦੀ ਕੋਈ ਚਾਹਨਾ ਨਹੀਂ। ਜਨਮ ਸੁਧਾਰ ਲਖੋ ਭਵ ਮਾਹੀ। ਮੈਂ ਤਾਂ ਆਪਣਾ ਇਹ ਜਨਮ ਸਫਲਾ ਕਰਨਾ ਸੀ, ਆਪਣੇ ਇਸ ਜਨਮ ਨੂੰ ਸੁਧਾਰਨਾ ਸੀ। ਮੋਹ ਸੰਗ ਕਿਉਂ ਝਗੜੋ ਤੁਮ ਐਸੇ। ਇਹ ਪਿਤਾ ਜੀ ਮੇਰੇ ਨਾਲ ਏਦਾਂ ਕਿਉਂ ਝਗੜਦੇ ਹੋ, ਮੇਰੇ ਗਲ ਕਿਉਂ ਪੈਂਦੇ ਹੋ? ਬੂਝੋ ਸੁਤਾ ਭਈ ਬਿਦ ਜੈਸੇ। ਤੁਸੀਂ ਆਪਣੀ ਧੀ ਰਾਣੀ ਬੇਬੇ ਨਾਨਕੀ ਨੂੰ ਪੁੱਛੋ ਜੋ ਉੱਥੇ ਹੋਇਆ, ਜੋ ਉੱਥੇ ਵਰਤਿਆ, ਤੁਹਾਨੂੰ ਇੱਥੇ ਬੈਠਿਆਂ ਨੂੰ ਨਹੀਂ ਪਤਾ। ਇਹ ਬਿਦ ਸੁਨ ਕਾਲੂ ਤਹਿ ਗਇਓ। ਇਹ ਸੁਣ ਕੇ ਪਿਤਾ ਜੀ ਵਾਪਸ ਚਲੇ ਗਏ। ਕਾਲ ਬਤੀਤ ਕੁਛਕ ਤਹਿ ਭਇਓ। ਏਦਾਂ ਕੁਝ ਸਮਾਂ ਬੀਤ ਗਿਆ, ਕਿਉਂਕਿ ਭਾਈ ਬਾਲਾ ਜੀ ਪਹਿਲਾਂ ਆ ਗਏ ਸੀ ਸਤਿਗੁਰਾਂ ਕੋਲੋਂ ਤੇ ਮਹਾਰਾਜ ਜੀ ਬਾਅਦ ਵਿੱਚ ਏਮਨਾਬਾਦ ਗਏ ਸੀ। ਭਾਈ ਬਾਲਾ ਜੀ ਤਲਵੰਡੀ ਆ ਗਏ ਸੀ। ਭਾਈ ਬਾਲਾ ਜੀ ਕਹਿੰਦੇ ਇਸੇ ਤਰ੍ਹਾਂ ਕੁਝ ਦਿਨ ਜਦੋਂ ਬਤੀਤ ਹੋਏ, ਆਵਾ ਤਲਵੰਡੀ ਮਰਦਾਨਾ। ਕਿ ਇੰਨੇ ਨੂੰ ਭਾਈ ਮਰਦਾਨਾ ਜੀ ਤਲਵੰਡੀ ਤੋਂ ਉਹ ਆ ਗਏ ਏਮਨਾਬਾਦ ਤੋਂ ਚੱਲ ਕੇ। ਜਦੋਂ ਸਤਿਗੁਰੂ ਜੀ ਭਾਈ ਲਾਲੋ ਦੇ ਘਰ ਠਹਿਰ ਗਏ ਤੇ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਭਾਈ ਮਰਦਾਨਾ ਜੀ ਉਹ ਤਲਵੰਡੀ ਆਏ। ਨਿਜ ਪਰਿਵਾਰ ਮਿਲਿਓ ਸੁਖ ਮਾਨਾ। ਭਾਈ ਮਰਦਾਨਾ ਜੀ ਆ ਕੇ ਪਹਿਲਾਂ ਆਪਣੇ ਟੱਬਰ ਨੂੰ, ਆਪਣੇ ਪਰਿਵਾਰ ਨੂੰ ਮਿਲ ਕੇ ਸੁਖੀ ਹੋਏ। ਸੁਨ ਕਾਲੂ ਪੁਨ ਲਿਓ ਬੁਲਾਈ। ਫਿਰ ਪਿਤਾ ਜੀ ਨੂੰ ਪਤਾ ਲੱਗਾ ਤੇ ਉਹਨਾਂ ਨੇ ਮਰਦਾਨੇ ਨੂੰ ਆਪਣੇ ਕੋਲ ਸੱਦਿਆ। ਕਹੋ ਸੁਧ ਨਾਨਕ ਹੈ ਕਿਹ ਥਾਈ। ਬੁਲਾ ਕੇ ਪੁੱਛਦੇ, ਹਾਂ ਮਰਦਾਨਿਆਂ ਦੱਸ ਨਾਨਕ ਕਿੱਥੇ ਹੈ? ਤੈਨੂੰ ਮੈਂ ਭੇਜਿਆ ਸੀ ਵੀ ਖਬਰ ਲੈ ਕੇ ਆਈ, ਤੂੰ ਅੱਜ ਬੌੜਿਆ, ਤੈਨੂੰ ਕਿਹਾ ਸੀ ਛੇਤੀ ਪਰਤ ਕੇ ਆਈ। ਦਸ ਮਰਦਾਨਿਆਂ ਨਾਨਕ ਕਿੱਥੇ ਹੈ? ਅਵਲੋਕਿਓ ਕੋ ਬਿਦ ਤਿਹ ਜਾਹੀ। ਤੂੰ ਕਿਵੇਂ ਵੇਖ ਕੇ ਆਇਆ ਉਹਨਾਂ ਨੂੰ, ਉਹ ਕੀ ਕਰਦੇ ਸਨ, ਕਿੱਦਾਂ ਦਾ ਉਹਨਾਂ ਨੇ ਭੇਸ ਧਾਰਨ ਕੀਤਾ ਹੋਇਆ ਹੈ? ਰਹਿਓ ਬਾਵਰਾ ਕੈ ਸੁਧ ਪਾਈ। ਉਹ ਹਾਲੇ ਬਾਵਰਾ ਹੀ ਹੈ ਕਿ ਉਹਨੂੰ ਕੋਈ ਮਾੜੀ ਮੋਟੀ ਸੋਝੀ ਆਈ ਹੈ? ਉਹ ਹਾਲੇ ਬਾਵਰਾ ਹੀ ਹੈ ਜਾਂ ਉਹਨੂੰ ਕੋਈ ਮਾੜੀ ਮੋਟੀ ਸੋਝੀ ਆਈ ਹੈ? ਦੋਹਰਾ ਸੁਧ ਨਾਨਕ ਕੀ ਲਿਹੋ ਤੁਮ ਸੁਨਹੁ ਕਾਨ ਜਜਮਾਨ। ਭਾਈ ਮਰਦਾਨਾ ਜੀ ਕਹਿੰਦੇ, ਹੈ ਜਜਮਾਨ ਸੁਣੋ, ਮੈਂ ਗੁਰੂ ਨਾਨਕ ਸਾਹਿਬ ਦੀ ਸੁਧ ਤੁਹਾਨੂੰ ਦੇਣਾ। ਉਹ ਕਿਵੇਂ ਹਨ ਮੈਂ ਦੱਸਦਾ ਹਾਂ। ਗਟੀ ਨਾ ਗੁਨੀਏ ਤਿਨ ਕਰਿਓ ਸਭ ਕੁਲ ਕਾ ਕਲਿਆਣ। ਤੂੰ ਆਪਣੇ ਮਨ 'ਚ ਗਿਣਤੀਆਂ ਨਾ ਗਿਣ ਜਜਮਾਨ। ਭਾਈ ਮਰਦਾਨਾ ਜੀ ਕਿਉਂਕਿ ਇਹਨਾਂ ਦੇ ਕੁਲ ਮਰਾਸ਼ੀ ਸੀ ਨਾ, ਤੇ ਕੁਲ ਦੇ ਮਰਾਸ਼ੀ ਹੋਣ ਕਰਕੇ ਪਿਤਾ ਜੀ ਨੂੰ ਜਜਮਾਨ ਕਹਿੰਦੇ ਸਨ। ਕਹਿੰਦੇ ਜਜਮਾਨ ਆਪਣੇ ਮਨ ਵਿੱਚ ਚਿੰਤਾ ਦੀਆਂ ਗਿਣਤੀਆਂ ਨਾ ਗਿਣੋ, ਗੁਰੂ ਨਾਨਕ ਸਾਹਿਬ ਨੇ ਤੁਹਾਡੀ ਸਾਰੀ ਕੁਲ ਦਾ ਕਲਿਆਣ ਕਰ ਦਿੱਤਾ। ਉਹਨਾਂ ਤੁਹਾਡੀ ਸਾਰੀ ਕੁੱਲ ਉਧਾਰ ਦਿੱਤੀ ਹੈ। ਚੌਪਈ ਪਰਮ ਰੂਪ ਪਰਮੇਸ਼ਵਰ ਪਰਾ। ਕਿਉਂਕਿ ਉਹ ਪਰਮ ਰੂਪ ਪਰਮੇਸ਼ਵਰ ਰੂਪ ਹਨ। ਸੋ ਤੁਮ ਘਰ ਤਨ ਧਾਰੇ ਅਵਤਰਾ। ਪਰਮ ਰੂਪ ਪਰਮੇਸ਼ਵਰ ਜੋ ਪਰੇ ਤੋਂ ਪਰੇ ਹੈ, ਉਹਨਾਂ ਨੇ ਗੁਰੂ ਨਾਨਕ ਰੂਪ ਹੋ ਕੇ ਤੁਹਾਡੇ ਘਰ ਸਰੀਰ ਧਾਰਿਆ। ਉਹ ਗੁਰੂ ਨਾਨਕ ਰੂਪ ਹੋ ਕੇ ਤੁਹਾਡੇ ਘਰ ਅਵਤਰਤ ਹੋਏ ਹਨ। ਮੰਦਮਤੀ ਕਲ ਕਾਲ ਬਿਸਾਲਾ। ਕਿਉਂ ਆਏ ਨੇ? ਉਹਨਾਂ ਦੇ ਆਉਣ ਦਾ ਕਾਰਨ ਹੈ ਕਿ ਕਲੀ ਕਾਲ ਦੇ ਜਿਹੜੇ ਮਾੜੀ ਮੱਤ ਵਾਲੇ ਜੀਵ ਨੇ, ਲੋਕ ਨੇ, ਛੁਟਵਾਵੇ ਬਹੁ ਨਰ ਜਮ ਜਾਲਾ। ਉਹਨਾਂ ਨੂੰ ਜੰਮਾਂ ਦੇ ਜਾਲਾਂ ਤੋਂ ਛੁਡਾਣ ਆਏ ਨੇ। ਜੀਵਾਂ ਦੀ ਕਲਿਆਣ ਕਰਨ ਲਈ, ਜੀਵਾਂ ਦੇ ਭਲੇ ਵਾਸਤੇ ਆਏ ਹਨ। ਭੇਵ ਨ ਤਿਨ ਕੋ ਜਾਣਿਓ ਜਾਵਹਿ। ਉਹਨਾਂ ਦਾ ਭੇਦ ਜਾਣਿਆ ਨਹੀਂ ਜਾਂਦਾ, ਉਹਨਾਂ ਦੀ ਮਹਿਮਾ ਜਾਣੀ ਨਹੀਂ ਜਾਂਦੀ। ਕਰਮ ਹੇਰ ਅਚਰਜ ਔਰ ਆਵਹਿ। ਉਹਨਾਂ ਦੇ ਕਰਮ ਵੇਖ ਕੇ ਮਨ 'ਚ ਅਚਰਜ ਹੁੰਦਾ ਹੈ, ਮਨ 'ਚ ਹੈਰਾਨੀ ਹੁੰਦੀ ਹੈ। ਕੋਈ ਪੀਰ ਮੀਰ ਨੈ ਸਮਸਰ ਕੋਈ। ਉਹਨਾਂ ਦੇ ਸਮਾਨ ਨਾ ਕੋਈ ਪੀਰ ਹੈ, ਨਾ ਕੋਈ ਮੀਰ ਹੈ। ਕਲਾ ਵਿਸਾਲ ਰਖੀ ਜਿਨ ਗੋਈ। ਜਿਨ੍ਹਾਂ ਨੇ ਆਪਣੇ ਅੰਦਰ ਵਿਸ਼ਾਲ ਕਲਾ ਨੂੰ ਲੁਕਾ ਕੇ ਰੱਖਿਆ ਹੋਇਆ, ਬੇਅੰਤ ਕਲਾਵਾਂ ਨੂੰ ਆਪਣੇ ਅੰਦਰ ਲੁਕਾ ਕੇ ਰੱਖਿਆ ਹੋਇਆ। ਕੀਓ ਏਮਨਾਬਾਦ ਪਿਆਨਾ। ਸੁਲਤਾਨਪੁਰ ਸਾਹਿਬ ਤੋਂ ਏਮਨਾਬਾਦ ਨਗਰ ਉਹ ਗਏ ਹਨ, ਮੈਂ ਨਾਲ ਗਿਆ ਸੀ। ਹਉ ਪੀ ਗਇਓ ਸੰਗ ਤੇ ਥਾਨਾ। ਸੁਲਤਾਨਪੁਰ ਸਾਹਿਬ ਤੋਂ ਏਮਨਾਬਾਦ ਮੈਂ ਉਹਨਾਂ ਦੇ ਨਾਲ ਗਿਆ। ਟਿਕੇ ਤਹਾਂ ਮੈਂ ਆਇਓ ਅਵਾਸਾ। ਤੇ ਇਸ ਵਕਤ ਗੁਰੂ ਨਾਨਕ ਸਾਹਿਬ ਏਮਨਾਬਾਦ ਵਿੱਚ ਇੱਕ ਆਪਣੇ ਸੇਵਕ ਭਾਈ ਲਾਲੋ ਦੇ ਘਰ ਟਿਕੇ ਹੋਏ ਨੇ।
ਤੇ ਮੈਂ ਇੱਧਰ ਤਲਵੰਡੀ ਆ ਗਿਆ ਬਿਲ ਕਰ ਬਾਹਰ ਜਾਓ ਤਿਨ ਪਾਸਾ। ਤੇ ਮੈਂ ਪਰਿਵਾਰ ਨੂੰ ਤੁਹਾਨੂੰ ਮਿਲ ਕੇ ਵਾਪਸ ਫੇਰ ਉਹਨਾਂ ਦੇ ਕੋਲ ਹੀ ਜਾਣਾ ਏਮਨਾਬਾਦ। ਦੋਹਰਾ ਸੁਨ ਸ਼ਰੋਨਨ ਮੈਂ ਬਚਨ ਇਹ ਕਾਲੂ ਰਿਸ ਅਧਿਕਾਏ। ਜਦੋਂ ਭਾਈ ਮਰਦਾਨੇ ਨੇ ਕਿਹਾ ਨਾ ਵੀ ਤੁਹਾਡੀ ਕੋਲ ਉਧਾਰ ਦਿੱਤੀ ਆ, ਤੁਹਾਡੇ ਘਰ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰ ਕੇ, ਤੇ ਪਿਤਾ ਜੀ ਸੁਣ ਕੇ ਬੜੇ ਗੁੱਸੇ ਵਿੱਚ ਆਏ ਤੇ ਬੋਲੇ, ਭੇਦ ਨਾ ਸੁਤ ਕੋ ਜਾਣਹੀ ਤਿਹ ਪ੍ਰਤ ਪਰਖ ਅਲਾਏ। ਆਪਣੇ ਪੁੱਤਰ ਦਾ ਭੇਦ ਨਹੀਂ ਜਾਣਦੇ ਪਿਤਾ ਮਹਿਤਾ ਕਾਲੂ ਜੀ, ਸਗੋਂ ਕਠੋਰ ਸ਼ਬਦ ਬੋਲੇ, ਕਹਿਣ ਲੱਗੇ, ਚੌਪਈ ਕਿਆ ਬੋਲਤ ਮੂਰਖ ਮੁਖ ਬਾਤੀ। ਕਹਿੰਦੇ ਉਹ ਮੂਰਖ ਮਰਦਾਨਿਆ, ਆ ਕੀ ਗੱਲਾਂ ਕਰਦਾ, ਆਪਣੇ ਮੂੰਹੋਂ ਤੂੰ ਕੀ ਬੋਲਦਾ? ਮੰਦਮਤੀ ਹੈ ਡੂਮ ਕੋ ਜਾਤੀ। ਉਹ ਤੂੰ ਵੀ ਮਾੜੀ ਮੱਤ ਵਾਲਾ ਮਰਾਸ਼ੀ ਹੈ, ਮਾੜੀ ਮੱਤ ਵਾਲਾ ਤੂੰ ਵੀ। ਮੁਝ ਕੋ ਕਹੈ ਭਇਓ ਅਵਤਾਰਾ। ਮੈਨੂੰ ਕਹਿਣਾ ਆ ਕੇ ਅਕਲ ਦੇ ਕੇ ਵੀ ਮੇਰੇ ਘਰ ਅਵਤਾਰ ਹੋਇਆ, ਉਹ ਮੇਰੇ ਘਰ ਪਰਮੇਸ਼ਰ ਨੇ ਅਵਤਾਰ ਧਾਰਿਆ। ਜਿਨ ਸਗਰੋ ਮਮ ਸਦਨ ਉਜਾਰਾ। ਉਹ ਕਾਹਦਾ ਅਵਤਾਰ ਹੈ? ਉਹਨੇ ਤੇ ਮੇਰਾ ਸਾਰਾ ਘਰ ਹੀ ਉਜਾੜ ਕੇ ਰੱਖ ਦਿੱਤਾ, ਉਹਨੇ ਮੇਰਾ ਸਾਰਾ ਟੱਬਰ ਉਜਾੜ ਦਿੱਤਾ, ਘਰ ਉਜਾੜ ਦਿੱਤਾ। ਗਇਓ ਹਮਾਰੇ ਤੇ ਮੈਂ ਜਾਨੀ। ਉਹ ਹੁਣ ਗਿਆ ਸਾਡੇ ਹੱਥੋਂ, ਮੈਂ ਜਾਣ ਲਿਆ, ਮੈਂ ਸਮਝ ਲਿਆ ਹੁਣ ਉਹ ਸਾਡੇ ਹੱਥ ਵਿੱਚ ਨਹੀਂ ਰਿਹਾ। ਜਿਸਨੇ ਰੀਤ ਫਕੀਰੀ ਠਾਨੀ। ਕਿਉਂਕਿ ਉਹਨੇ ਫਕੀਰੀ ਵਾਲੀ ਰੀਤ ਧਾਰਨ ਕਰ ਲਈ ਹੈ, ਫਕੀਰੀ ਲਿਬਾਸ ਧਾਰਨ ਕਰ ਲਿਆ। ਇਉਂ ਕਹਿ ਮੋਚਤ ਲੋਚਤ ਨੀਰੂ। ਏਦਾਂ ਕਹਿ ਕੇ ਪਿਤਾ ਜੀ ਆਪਣੀਆਂ ਅੱਖਾਂ 'ਚੋਂ ਨੀਰ ਵਹਾਉਂਦੇ। ਇੱਕ ਪਿਤਾ ਦੇ ਰੂਪ 'ਚ ਵੇਖ ਰਹੇ ਨੇ ਵੀ ਜਿਸ ਪੁੱਤ ਦੇ ਬੱਚੇ ਦੋ ਤੇ ਇੱਕ ਭੂਆ ਕੋਲ, ਇੱਕ ਨਾਨਕੇ ਚਲਿਆ ਗਿਆ ਹੋਵੇ। ਤੋ ਜਦੋਂ ਦੁਨਿਆਵੀ ਸੰਬੰਧ ਦੇ ਵਿੱਚ ਵੇਖੀਏ ਤੇ ਸੁਭਾਵਕ ਸੀ ਪਿਤਾ ਜੀ ਦਾ ਮਨ ਦੁਖੀ ਹੋਣਾ, ਕਿਉਂਕਿ ਉਹ ਤਾਂ ਗੁਰੂ ਨਾਨਕ ਸਾਹਿਬ ਨੂੰ ਪੁੱਤਰ ਰੂਪ ਕਰਕੇ ਹੀ ਵੇਖ ਰਹੇ ਨੇ ਨਾ। ਤੇ ਉਹਨਾਂ ਨੇ ਮੰਗ ਵੀ ਇਹੀ ਮੰਗੀ ਸੀ, ਪਰਮੇਸ਼ਰ ਮੇਰੇ ਘਰ ਪੁੱਤਰ ਬਣ ਕੇ ਆਓ, ਤੇ ਪੁੱਤਰ ਰੂਪ 'ਚ ਹੀ ਵੇਖਣਾ ਸੀ। ਪਿਤਾ ਜੀ ਦੀਆਂ ਅੱਖਾਂ ਭਰ ਆਈਆਂ, ਨੇਤਰਾਂ 'ਚੋਂ ਨੀਰ ਵਹਾਉਣ ਲੱਗੇ। ਸੁਤ ਕੇ ਦੁਖ ਮੈਂ ਭਇਓ ਅਧੀਰੂ। ਆਪਣੇ ਪੁੱਤਰ ਦੇ ਦੁੱਖ ਦੇ ਵਿੱਚ ਅੱਜ ਪਿਤਾ ਜੀ ਅਧੀਰਜ ਹੋ ਗਏ, ਧੀਰਜ ਤਿਆਗ ਬੈਠੇ। ਰਾਏ ਨਿਕਟ ਕਹਿ ਜਾਏ ਸੁਨਾਵਾ। ਉਧਰ ਰਾਏ ਬੁਲਾਰ ਨੂੰ ਕਿਸੇ ਨੇ ਜਾ ਕੇ ਖਬਰ ਦਿੱਤੀ ਸੁਧ ਲੈ ਕਰ ਮਰਦਾਨਾ ਆਵਾ। ਕਿ ਗੁਰੂ ਨਾਨਕ ਸਾਹਿਬ ਦੀ ਖਬਰ ਲੈ ਕੇ ਭਾਈ ਮਰਦਾਨਾ ਜੀ ਆਏ ਨੇ। ਕਿਸੇ ਨੇ ਜਾ ਕੇ ਰਾਏ ਬੁਲਾਰ ਨੂੰ ਦੱਸਿਆ। ਹਰ ਖੈ ਅਧਿਕ ਕਰ ਨਿਕਟ ਬੁਲਾਵਾ। ਰਾਏ ਬੁਲਾਰ ਨੂੰ ਚਾਅ ਚੜ ਗਿਆ ਵੀ ਮੇਰੇ ਸਵਾਮੀ ਦੀ ਖਬਰ ਲੈ ਕੇ ਕੋਈ ਆਇਆ। ਉਹਨੇ ਬੜੀ ਛੇਤੀ ਨਾਲ ਭਾਈ ਮਰਦਾਨੇ ਨੂੰ ਕੋਲ ਸੱਦਿਆ। ਭੋਜਨ ਹਿਤ ਸੁਖ ਬਚਨ ਅਲਾਵਾ। ਭਾਈ ਮਰਦਾਨੇ ਨੂੰ ਸੱਦ ਕੇ ਪੁੱਛਦਾ ਰਾਏ ਬੁਲਾਰ, ਮਰਦਾਨਿਆਂ ਦੱਸ ਕਮਲ ਨੈਣ ਸਤਿਗੁਰਾਂ ਦਾ ਕੀ ਹਾਲ ਹੈ? ਕਮਲ ਨੈਣ ਸਤਿਗੁਰੂ ਜੀ ਕਿਵੇਂ ਹਨ? ਏਦਾਂ ਪੁੱਛਿਆ। ਦੋਹਰਾ ਸ਼੍ਰੀ ਨਾਨਕ ਸੁਧ ਦੀਜੀਏ ਕੈਸੇ ਕੀਨੋ ਰੰਗ। ਮਰਦਾਨਿਆਂ ਦੱਸ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮੈਨੂੰ ਖਬਰ ਦੇ, ਉਹ ਹੁਣ ਕਿਹੜੇ ਰੰਗ ਵਿੱਚ ਵਰਤ ਰਹੇ ਨੇ? ਉਹਨਾਂ ਨੇ ਕੀ ਰੰਗ ਵਰਤਾਏ ਹਨ? ਕੌਣ ਵੇਖ ਤਨ ਮੈਂ ਧਰਿਓ ਕਿਉਂ ਤੈਂ ਤਜਿਓ ਸੋ ਸੰਗ। ਉਹਨਾਂ ਨੇ ਕਿਹੜਾ ਵੇਸ ਸਰੀਰ ਤੇ ਧਾਰਨ ਕੀਤਾ ਤੇ ਤੂੰ ਉਹਨਾਂ ਦਾ ਸੰਗ ਕਿਉਂ ਛੱਡ ਕੇ ਆਇਆ? ਮਰਦਾਨਿਆ ਤੂੰ ਮੇਰੇ ਸਾਹਿਬ ਨੂੰ ਕੱਲਿਆਂ ਕਿਉਂ ਛੱਡ ਕੇ ਆਇਆ? ਚੌਪਈ ਕਹਿ ਮਰਦਾਨਾ ਸੁਨੀਏ ਰਾਏ। ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਕਹਿੰਦੇ ਰਾਏ ਬੁਲਾਰ ਜੀ ਸੁਣੋ। ਨਾਨਕ ਧਾਰਿਓ ਰੂਪ ਖੁਦਾਏ। ਗੁਰੂ ਨਾਨਕ ਸਾਹਿਬ ਖੁਦਾ ਦਾ ਨੂਰ ਹਨ, ਉਹ ਖੁਦਾ ਨਹੀਂ ਅਵਤਾਰ ਧਾਰਨ ਕੀਤਾ। ਕਹਿ ਕੀ ਉਪਮਾ ਦੇਵੋ ਤਾਹੀ। ਮੈਂ ਕਿਸ ਦੀ ਉਪਮਾ ਦੇ ਕੇ ਕਹਾਂ ਗੁਰੂ ਨਾਨਕ ਸਾਹਿਬ ਕੈਸੇ ਹਨ? ਉਹਨਾਂ ਵਰਗੇ ਉਹੀ ਨੇ, ਉਹਨਾਂ ਵਰਗਾ ਹੋਰ ਕੋਈ ਨਹੀਂ। ਤਿਨ ਕੀ ਸਮ ਕੋ ਦੀਸਤ ਨਾਹੀ। ਮੈਨੂੰ ਉਹਨਾਂ ਦੇ ਬਰੋਬਰ, ਉਹਨਾਂ ਦੇ ਸਮਾਨ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ। ਨਰ ਮਹਿ ਐਸੇ ਕਰਮ ਨ ਕੋ। ਕਿਸੇ ਸਧਾਰਨ ਨਰ ਦੇ ਵਿੱਚ ਇਹੋ ਜਿਹੇ ਕਰਮ ਨਹੀਂ ਹੁੰਦੇ। ਕੋਈ ਸਧਾਰਨ ਵਿਅਕਤੀ ਹੋਵੇ ਉਹਦੇ ਵਿੱਚ ਇਹੋ ਜਿਹੇ ਕਰਮ ਨਹੀਂ ਹੁੰਦੇ। ਜਿਹ ਬਿਦ ਕੇ ਜਗ ਕਰਹੀ ਸੋ। ਜਿਸ ਤਰ੍ਹਾਂ ਦੇ ਕਰਮ ਧੰਨ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਨੇ ਇਸ ਜਗਤ ਵਿੱਚ,
ਏਦਾਂ ਦੇ ਕਰਮ ਕਿਸੇ ਸਧਾਰਨ ਬੰਦੇ ਵਿੱਚ ਨਹੀਂ ਹੋ ਸਕਦੇ। ਪੀਰਨ ਕੇ ਸਿਰ ਰਾਜਤ ਪੀਰਾ, ਉਹ ਪੀਰਾਂ ਦੇ ਸਿਰ ਤੇ ਪੀਰ ਬਣ ਕੇ ਰਾਜਦੇ ਨੇ, ਬਿਰਾਜਦੇ ਨੇ। ਮੀਰਨ ਕੇ ਸਿਰ ਮੀਰ ਗੰਭੀਰਾ, ਔਰ ਮੀਰਾਂ ਦੇ ਸਿਰਾਂ ਤੇ, ਪਾਤਸ਼ਾਹਾਂ ਦੇ ਸਿਰਾਂ ਤੇ ਪਾਤਸ਼ਾਹ ਬਣ ਕੇ ਰਾਜਦੇ ਨੇ। ਉਹ ਪੀਰਾਂ ਦੇ ਪੀਰ ਨੇ ਔਰ ਪਾਤਸ਼ਾਹਾਂ ਦੇ ਪਾਤਸ਼ਾਹ ਹਨ। ਦੁਖ ਨਾ ਭੂਖ ਨਾ ਵਿਆਪਹਿ ਕੋ, ਫੇਰ ਆਏ ਮੈਂ ਕੋਲ ਰਹਿ ਕੇ ਵੇਖ ਕੇ ਆਇਆ, ਉਹਨਾਂ ਨੂੰ ਨਾ ਕੋਈ ਦੁੱਖ ਵਿਆਪਦਾ ਹੈ, ਨਾ ਕੋਈ ਭੁੱਖ ਵਿਆਪਦੀ ਹੈ, ਨਾ ਧੁੱਪ ਵਿਆਪਦੀ ਹੈ, ਨਾ ਪਿਆਸ ਵਿਆਪਦੀ ਹੈ। ਕਲਾਵਾਨ ਚਾਹੈ ਕਰ ਸੋ, ਉਹ ਕਲਾਵਾਨ ਪੁਰਖ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਹਨ। ਸਾਧ ਸਾਧ ਸੁਨ ਪਾਖਤ ਰਾਊ, ਰਾਏ ਨੇ ਜਦੋਂ ਭਾਈ ਮਰਦਾਨੇ ਦੇ ਮੁਖੋਂ ਸੋਭਾ ਸੁਣੀ, ਕਹਿੰਦੇ ਸ਼ਾਬਾਸ਼ ਓ ਮਰਦਾਨਿਆ, ਸ਼ਾਬਾਸ਼ ਓ ਮਰਦਾਨਿਆ, ਤੈ ਮੇਰੇ ਸਾਹਿਬ ਦੀ ਉਪਮਾ ਕਰਕੇ ਸੁਣਾਈ। ਵਾਕਈ ਇਦਾਂ ਦੇ ਨੇ, ਉਹ ਵਾਕਈ ਉਹ ਇਦਾਂ ਦੇ ਨੇ ਜਿਵੇਂ ਤੂੰ ਕਿਹਾ। ਜਸ ਅਸ ਹੀ ਜਸ ਕੀਨੋ ਗਾਊ, ਤੂੰ ਜਿਹੋ ਜਿਹਾ ਉਹਨਾਂ ਦਾ ਜਸ ਕੀਤਾ, ਉਹ ਵਾਕਈ ਇਹੋ ਜਿਹੇ ਨੇ। ਉਹ ਵਾਕਈ ਪੀਰਾਂ ਦੇ ਪੀਰ ਨੇ, ਰਾਜਿਆਂ ਦੇ ਰਾਜੇ ਨੇ, ਪਾਤਸ਼ਾਹਾਂ ਦੇ ਪਾਤਸ਼ਾਹ ਨੇ। ਉਹਨਾਂ ਨੂੰ ਵਾਕਈ ਕੋਈ ਦੁੱਖ ਭੁੱਖ ਨਹੀਂ ਵਿਆਪਦੀ। ਉਹ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਨੇ। ਜਿਵੇਂ ਤੂੰ ਕਿਹਾ ਨਾ ਮਰਦਾਨਿਆ, ਉਹ ਇਹੋ ਜਿਹੀ ਹਨ। ਦੋਹਰਾ ਬਿਰਦ ਭਈ ਮਮ ਦੇਹ ਅਬ, ਮਰਦਾਨਾ ਸੁਨ ਬੈਨ। ਇਹ ਮਰਦਾਨਿਆ, ਮੇਰਾ ਇਹ ਸਰੀਰ ਹੁਣ ਬਿਰਧ ਹੋ ਗਿਆ। ਹੁਣ ਸਮਾਂ ਬਿਰਧ ਅਵਸਥਾ ਤੋਂ ਬਾਅਦ ਸੁਭਾਵਕ ਹੈ ਵੀ ਕਾਲ ਆਉਣਾ, ਮੌਤ ਆਉਣੀ ਹੈ। ਸਰੀਰ ਮੇਰਾ ਬਿਰਧ ਹੋ ਗਿਆ। ਕੈਸੇ ਦਰਸ਼ਨ ਹੋ ਕਰੋ, ਸ਼੍ਰੀ ਮੁਖ ਕਰੁਣਾ ਐਨ। ਇਹ ਮਰਦਾਨਿਆ, ਤੂੰ ਤਾਂ ਮੇਰੇ ਸਾਹਿਬ ਕੋਲੋਂ ਆਇਆ, ਦੱਸ ਮੈਨੂੰ ਉਹਨਾਂ ਦੇ ਦਰਸ਼ਨ ਕਿਵੇਂ ਹੋ ਸਕਦੇ ਐ? ਮੈਂ ਆਪਣੇ ਕਮਲ ਬਦਨ ਸਤਿਗੁਰਾਂ ਦੇ, ਕਮਲ ਨੈਣ ਸਤਿਗੁਰਾਂ ਦੇ ਦਰਸ਼ਨ ਕਿਵੇਂ ਕਰ ਸਕਦਾ? ਮਰਦਾਨਿਆਂ ਦੱਸ, ਮੈਂ ਬਿਰਧ ਹੋ ਗਿਆ, ਜਾ ਮੈਂ ਸਕਦਾ ਨਹੀਂ ਉਹਨਾਂ ਤਾਈਂ, ਸਰੀਰ 'ਚ ਤਾਣ ਨਹੀਂ। ਦੱਸ ਮੈਨੂੰ ਉਹਨਾਂ ਦੇ ਦਰਸ਼ਨ ਕਿਵੇਂ ਹੋਣ? ਚੌਪਈ ਚਿਤ ਚਕੋਰ ਕੋ ਚਾਹੇ ਬਿਸਾਲਾ, ਮੇਰੇ ਚਿੱਤ ਰੂਪੀ ਚਕੋਰ ਨੂੰ ਬੜੀ ਭਾਰੀ ਚਾਹਨਾ ਹੈ ਰਾਂਕਾ ਸ਼ਸ਼ ਸੋਦਰ ਸਦਿਆਲਾ, ਕਿ ਮੈਂ ਗੁਰੂ ਨਾਨਕ ਸਾਹਿਬ ਰੂਪੀ ਪੂਰਨਮਾਸ਼ੀ ਦੇ ਚੰਨ ਦੇ ਦਰਸ਼ਨ ਕਰਾਂ। ਚਿਤ ਚਾਤ੍ਰਿਕ ਕੋ ਸਵਾਂਤ ਸਰੂਪਾ, ਮੇਰੇ ਚਿੱਤ ਰੂਪੀ ਚਾਤ੍ਰਿਕ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਸਵਾਂਤ ਬੂੰਦੀ ਦੀ ਚਾਹਨਾ ਹੈ। ਮਨ ਮਲਿੰਦ ਪਦ ਕੰਜ ਅਨੂਪਾ, ਮੇਰੇ ਮਨ ਰੂਪੀ ਭਵਰੇ ਨੂੰ ਗੁਰੂ ਨਾਨਕ ਸਾਹਿਬ ਰੂਪੀ ਕਮਲ ਦੇ ਫੁੱਲ ਦੇ ਉੱਤੇ ਮੰਡਰਾਉਣ ਦੀ ਇੱਛਾ ਹੈ। ਕਰ ਮਰਦਾਨੇ ਕਾਰਜ ਮੇਰਾ, ਮਰਦਾਨਿਆ ਮੇਰੇ ਤੇ ਪਰਉਪਕਾਰ ਕਰ ਦੇ, ਮੇਰਾ ਇਹ ਕਾਰਜ ਕਰ ਦੇ। ਹੋਵੋ ਰਿਣੀ ਸਦਾ ਮੈਂ ਤੇਰਾ, ਮੈਂ ਸਾਰੀ ਜ਼ਿੰਦਗੀ ਤੇਰਾ ਕਰਜ਼ਾਈ ਰਵਾਂਗਾ, ਤੇਰਾ ਰਿਣੀ ਬਣ ਕੇ ਰਹਾਂਗਾ। ਮਰਦਾਨਿਆ ਜੇ ਤੂੰ ਮੇਰੇ ਤੇ ਪਰਉਪਕਾਰ ਕਰਕੇ ਮੇਰੇ ਕਮਲ ਬਦਨ ਸਤਿਗੁਰਾਂ ਦੇ ਮੈਨੂੰ ਦਰਸ਼ਨ ਕਰਾ ਦੇਵੇਂ, ਤਵ ਅਸਾਨ ਕਬ ਮਨ ਨਾ ਭੁਲਾਉ, ਮੈਂ ਤੇਰਾ ਅਹਿਸਾਨ ਮਰਦਾਨਿਆ ਸਾਰੀ ਜ਼ਿੰਦਗੀ ਨਾ ਭੁਲਾਵਾਂਗਾ, ਤੇਰੇ ਅਹਿਸਾਨ ਨੂੰ ਸਾਰੀ ਜ਼ਿੰਦਗੀ ਮੰਨਾਂਗਾ। ਜੇ ਦਰਸ਼ਨ ਨਾਨਕ ਅਬ ਪਾਉ, ਜੇ ਮੈਨੂੰ ਹੁਣ ਕਿਸੇ ਤਰੀਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਣ। ਕਰ ਮੁਝ ਪਰ ਇਹ ਪਰ ਉਪਕਾਰਾ, ਮਰਦਾਨਿਆ ਤੂੰ ਗੁਰੂ ਨਾਨਕ ਸਾਹਿਬ ਦੀ ਸ਼ਰਨ ਚੋਂ ਆਇਆ, ਉਹ ਕਹਿੰਦੇ ਆ ਪਰਉਪਕਾਰ ਕਰਿਆ ਕਰੋ, ਤੇ ਮਰਦਾਨਿਆ ਤੂੰ ਮੇਰੇ ਤੇ ਪਰਉਪਕਾਰ ਕਰ ਦੇ, ਮੇਰੇ ਤੇ ਉਪਕਾਰ ਕਰ ਦੇ। ਦਰਸਾਵੋ ਦਰਸ਼ਨ ਇੱਕ ਬਾਰਾ, ਇੱਕ ਵਾਰ ਮੈਨੂੰ ਉਹਨਾਂ ਦੇ ਦਰਸ਼ਨ ਕਰਾ ਦੇ, ਕਿਉਂਕਿ ਮੈਂ ਜਾਣਦਾ ਹੋ ਸਕਦਾ ਇਹ ਤਨ ਹੁਣ ਛੁੱਟ ਜਾਵੇ, ਬਿਰਧ ਹੋ ਗਿਆ, ਕਿਤੇ ਐਸਾ ਨਾ ਹੋਵੇ ਕਿ ਉਹਨਾਂ ਦੇ ਦਰਸ਼ਨ ਕੀਤੇ ਬਿਨਾਂ ਮੇਰੀ ਜਿੰਦ ਸਰੀਰ ਚੋਂ ਨਿਕਲ ਜਾਏ। ਉਪਕਾਰ ਕਰ ਮਰਦਾਨਿਆ, ਮੈਨੂੰ ਇੱਕ ਵਾਰ ਉਹਨਾਂ ਦੇ ਦਰਸ਼ਨ ਕਰਾ ਦੇ। ਜਿਉ ਰੰਕੈ ਕੋ ਪਾਰਸ ਦੇਈ, ਕਹਿੰਦੇ ਜਿਵੇਂ ਕਿਸੇ ਜਨਮ ਤੋਂ ਭਿਖਾਰੀ ਬੰਦੇ ਨੂੰ ਪਾਰਸ ਦਾ ਪੱਥਰ ਮਿਲ ਜੇ, ਜਸ ਆਮੀ ਕੋ ਆਮ ਮਿਟੇਈ, ਤੇ ਉਹ ਖੁਸ਼ ਹੋ ਜਾਂਦਾ। ਜਿਵੇਂ ਕਿਸੇ ਰੋਗੀ ਦਾ ਪੁਰਾਣਾ ਰੋਗ ਹੋਵੇ ਤੇ ਅਚਾਨਕ ਠੀਕ ਹੋ ਜਾਏ ਤੇ ਉਹ ਖੁਸ਼ ਹੁੰਦਾ ਨਾ, ਏਦਾਂ ਮਰਦਾਨਿਆ ਮੈਨੂੰ ਖੁਸ਼ੀ ਮਿਲੇਗੀ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮੈਨੂੰ ਦਰਸ਼ਨ ਹੋਣਗੇ। ਦੋਹਰਾ ਬੋਲਿਓ ਮਰਦਾਨਾ ਬਚਨ, ਤੁਮਰਾ ਕਾਰਜ ਰਾਏ। ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਕਹਿੰਦੇ ਹੇ ਰਾਏ ਬੁਲਾਰ ਜੀ,
ਇਹ ਤੁਹਾਡਾ ਕਾਰਜ ਹੈ, ਇਹ ਤੁਹਾਡਾ ਕੰਮ ਹੈ। ਕਿਉਂ ਨਾ ਕਰੋ ਮੈਂ ਬੇਗ ਸੋ, ਜਿਹ ਤੇ ਸਭ ਸੁਖ ਪਾਏ। ਤੁਸੀਂ ਸਾਡੇ ਨਗਰ ਦੇ ਰਾਜੇ ਹੋ ਤੇ ਮੈਂ ਤੁਹਾਡਾ ਇਹ ਕਾਰਜ ਕਿਉਂ ਨਾ ਕਰਾਂ? ਜਿਸ ਰਾਜੇ ਤੋਂ ਸਾਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਆ ਨਗਰ ਦੇ ਲੋਕਾਂ ਨੂੰ, ਮੈਂ ਇਹ ਤੁਹਾਡਾ ਕੰਮ ਭਲਾ ਕਿਉਂ ਨਾ ਕਰਾਂ? ਯਾਨੀ ਕਿ ਜ਼ਰੂਰ ਕਰਾਂਗਾ। ਚੌਪਈ ਪੁਨ ਨਾਨਕ ਮਮ ਪਾਨਹਿ ਨਾਹੀ। ਤੇ ਨਾਲੇ ਰਾਏ ਜੀ ਗੱਲ ਏਦਾਂ ਵੀ ਗੁਰੂ ਨਾਨਕ ਸਾਹਿਬ ਆਪਣੀ ਇੱਛਾ ਦੇ ਮਾਲਕ ਨੇ, ਉਹ ਮੇਰੇ ਹੱਥਾਂ ਵਿੱਚ ਨਹੀਂ। ਹੇਰਨ ਚਾਹੇ ਜੇ ਤੁਮ ਮਨ ਮਾਹੀ। ਤੇਰੇ ਮਨ ਵਿੱਚ ਜੇ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਹੈ, ਬਾਲੇ ਕੋ ਬੁਲਾਏ ਦੇਹੋ ਸੰਗਾ। ਤੇ ਏਦਾਂ ਕਰੋ ਰਾਏ ਜੀ, ਭਾਈ ਬਾਲਾ ਜੀ ਵੀ ਨਗਰ 'ਚ ਨੇ, ਉਹਨਾਂ ਨੂੰ ਬੁਲਾ ਦਿਓ ਤੇ ਉਹਨਾਂ ਨੂੰ ਮੇਰੇ ਨਾਲ ਭੇਜੋ। ਦੋਨੋਂ ਗਮਨੈ ਸਹਿਤਿਓ ਮੰਗਾ। ਅਸੀਂ ਦੋਵੇਂ ਜਾਵਾਂਗੇ ਬੜੇ ਚਾਅ ਨਾਲ ਸਤਿਗੁਰਾਂ ਦੇ ਕੋਲ, ਜਾਏ ਅਗਾਰੀ ਬਿਨਤੀ ਕਰਹੀ। ਔਰ ਉਹਨਾਂ ਦੇ ਚਰਨਾਂ 'ਚ ਜਾ ਕੇ ਤੁਹਾਡੇ ਵੱਲੋਂ ਬੇਨਤੀ ਕਰਾਂਗੇ। ਤੁਮ ਆਇਸ ਕੋ ਸਿਰ ਪਰ ਧਰਹੀ। ਉਹ ਤੁਹਾਡੀ ਆਗਿਆ ਜਿਹੜੀ ਹੈ ਤੁਸੀਂ ਸਾਨੂੰ ਕੀਤੀ, ਅਸੀਂ ਸਿਰ ਮੱਥੇ ਮੰਨ ਕੇ ਜਾਵਾਂਗੇ। ਜਬ ਹੀ ਸੁਨੈ ਸੰਦੇਸ਼ ਤੁਮਾਰੇ। ਤੇ ਹੇ ਰਾਏ ਜੀ, ਜਦੋਂ ਸਤਿਗੁਰੂ ਜੀ ਤੁਹਾਡਾ ਸੰਦੇਸ਼ਾ ਸੁਣਨਗੇ, ਆਵੇਂਗੇ ਤਬ ਲਿਹੋ ਨਿਹਾਰੇ। ਤੇ ਮੈਂ ਇਹ ਜਾਣਦਾ ਵੀ ਉਹ ਜ਼ਰੂਰ ਆਉਣਗੇ, ਕਿਉਂਕਿ ਜਦੋਂ ਮੈਂ ਜਾਂਦਾ ਰਿਹਾ ਨਾ ਸੁਲਤਾਨਪੁਰ, ਜਿੰਨੀ ਵੇਰੀ ਵੀ ਗਿਆ, ਉਹਨਾਂ ਕਦੇ ਇਹ ਨਹੀਂ ਪੁੱਛਿਆ ਪਿਤਾ ਜੀ ਦਾ ਕੀ ਹਾਲ ਹੈ, ਆਪਣੇ ਕਿਸੇ ਮਿੱਤਰ ਦਾ ਹਾਲ ਨਹੀਂ ਪੁੱਛਿਆ। ਜਦੋਂ ਵੀ ਪੁੱਛਦੇ ਸਨ ਕਹਿੰਦੇ ਸਾਡੇ ਰਾਏ ਬੁਲਾਰ ਜੀ ਦਾ ਕੀ ਹਾਲ ਚਾਲ ਹੈ। ਉਹ ਤੁਹਾਡੇ ਬਾਰੇ ਹੀ ਪੁੱਛਦੇ ਸਨ, ਤੁਹਾਡੇ ਨਾਲ ਇੰਨਾ ਪ੍ਰੇਮ ਕਰਦੇ ਆ। ਤੇ ਰਾਏ ਜੀ ਜਦੋਂ ਉਹ ਤੁਹਾਡਾ ਸੁਨੇਹਾ ਸੁਣਨਗੇ, ਤੇ ਮੈਂ ਇਹ ਜਾਣਦਾ ਵੀ ਉਹ ਜ਼ਰੂਰ ਆਉਣਗੇ ਤੇ ਆ ਕੇ ਤੁਹਾਨੂੰ ਦਰਸ਼ਨ ਦੇਣਗੇ। ਤੁਸੀਂ ਏਦਾਂ ਕਰੋ ਵੀ ਭਾਈ ਬਾਲੇ ਨੂੰ ਸੱਦ ਕੇ ਮੇਰੇ ਨਾਲ ਭੇਜੋ। ਅਬ ਹੈ ਏਮਨਾਬਾਦ ਟਿਕੇਈ। ਕਿਉਂਕਿ ਇਸ ਵੇਲੇ ਸਤਿਗੁਰੂ ਜੀ ਏਮਨਾਬਾਦ ਨਗਰ ਵਿੱਚ ਟਿਕੇ ਹੋਏ ਨੇ। ਆਨਹਿ ਜਾਏ ਨਾ ਅਨੰਤ ਸਿਧੇਈ। ਤੇ ਛੇਤੀ ਅਸੀਂ ਜਾਵਾਂਗੇ, ਕਿਤੇ ਉੱਥੋਂ ਹੋਰ ਪਾਸੇ ਨਾ ਚਲੇ ਜਾਣ। ਹਰਖਿਓ ਰਾਏ ਬਚਨ ਤੇ ਮਾਨੇ। ਸੁਣ ਕੇ ਰਾਏ ਬੁਲਾਰ ਬੜਾ ਖੁਸ਼ ਹੋਇਆ, ਕਹਿੰਦਾ ਮਰਦਾਨਿਆ ਇਹ ਤਾਂ ਬੜਾ ਪਰਉਪਕਾਰ ਹੋਵੇਗਾ ਤੇਰਾ ਜੇ ਤੂੰ ਲੈ ਆਵੇਂ ਉਹਨਾਂ ਨੂੰ। ਸਤ ਕਹਿਤ ਹੈ ਤੂੰ ਮਰਦਾਨੇ। ਮਰਦਾਨਿਆ ਤੂੰ ਬਿਲਕੁਲ ਸੱਚ ਕਹਿਣਾ। ਦੋਹਰਾ ਪਨਤ ਪਇਓ ਬਾਲਾ ਸੁਨਹੋ, ਸ਼੍ਰੀ ਅੰਗਦ ਗਤ ਦਾਏ। ਇਹ ਸਾਰੀ ਕਥਾ ਭਾਈ ਬਾਲਾ ਜੀ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ। ਕਹਿੰਦੇ ਹੇ ਮੁਕਤੀ ਦਾਤੇ ਗੁਰੂ ਅੰਗਦ ਸਾਹਿਬ, ਸੁਣੋ ਇਹ ਕਥਾ ਅੰਮ੍ਰਿਤਮਈ। ਭੇਜਿਓ ਮਾਨਵ ਨਿਕਟ ਮੁਝ, ਲੀਨੋ ਬੇਗ ਬੁਲਾਏ। ਕਹਿੰਦੇ ਰਾਏ ਬੁਲਾਰ ਨੇ ਉਸੇ ਵੇਲੇ ਆਪਣਾ ਇੱਕ ਨੌਕਰ ਭੇਜ ਕੇ ਮੈਨੂੰ ਆਪਣੇ ਕੋਲ ਬੁਲਾ ਲਿਆ। ਚੌਪਈ ਕਰ ਕਾਰਜ ਬਾਲੇ ਮੁਝ ਮੀਤਾ। ਤੇ ਮੈਨੂੰ ਬੁਲਾ ਕੇ ਰਾਏ ਬੁਲਾਰ ਕਹਿਣ ਲੱਗਾ, ਭਾਈ ਬਾਲਾ ਜੀ ਮੇਰਾ ਇਹ ਭਲਾ ਕਾਰਜ ਕਰ, ਮੇਰਾ ਇਹ ਭਲਾ ਕਾਰਜ ਹੈ, ਇਹ ਤੁਸੀਂ ਕਰੋ। ਸ਼੍ਰੀ ਨਾਨਕ ਕੀ ਤੁਝ ਬਹੁ ਪ੍ਰੀਤਾ। ਕਿਉਂਕਿ ਗੁਰੂ ਨਾਨਕ ਸਾਹਿਬ ਤੇਰੇ ਨਾਲ ਬੜਾ ਪ੍ਰੇਮ ਕਰਦੇ ਆ, ਤੇਰੇ ਨਾਲ ਉਹਨਾਂ ਦੀ ਬੜੀ ਗੂੜੀ ਪ੍ਰੀਤ ਹੈ। ਮਰਦਾਨੇ ਕੇ ਸੰਗ ਸਿਦਾਵੋ। ਇਹ ਭਾਈ ਬਾਲਾ ਜੀ ਤੁਸੀਂ ਭਾਈ ਮਰਦਾਨਾ ਜੀ ਦੇ ਨਾਲ ਜਾਓ, ਕਰਹੋ ਕਿਰਤਾਰਥ ਨਾਨਕ ਲਿਆਵੋ। ਔਰ ਮੈਨੂੰ ਕਿਰਤਾਰਥ ਕਰੋ, ਉਹਨਾਂ ਦੇ ਦਰਸ਼ਨ ਕਰਵਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਤਲਵੰਡੀ ਲੈ ਕੇ ਆਓ। ਜੇਕਰ ਨਹਿ ਆਵੈ ਤੁਮ ਕਹੇ, ਜੇ ਉਹ ਤੁਹਾਡੇ ਕਹਿਣ ਤੇ ਨਾ ਆਵਣ, ਹਮ ਬਿਨਤੀ ਭਨੀਏ ਪਦ ਗਹੇ। ਮੇਰੇ ਵੱਲੋਂ ਉਹਨਾਂ ਦੇ ਚਰਨ ਫੜ ਕੇ ਬੇਨਤੀ ਕਰੀ ਬਾਲਿਆ, ਉਹਨਾਂ ਦੇ ਚਰਨ ਘੁੱਟ ਕੇ ਫੜ ਕੇ ਮੇਰੇ ਵੱਲੋਂ ਬੇਨਤੀ ਕਰੀ। ਏਕ ਵਾਰ ਚੱਲ ਦਰਸ਼ਨ ਦੀਜੈ। ਆਖੀ ਰਾਏ ਕਹਿੰਦਾ, ਹੇ ਕਮਲ ਨੈਣ ਸਤਿਗੁਰੂ ਇੱਕ ਵਾਰੀ ਚੱਲ ਕੇ ਉਹਨੂੰ ਦਰਸ਼ਨ ਦੇ ਦਿਓ। ਉਹਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਬੜੀ ਭਾਰੀ ਕਾਂਖਾ ਹੈ। ਕਹੀਏ ਤਿਨ ਕੋ ਕਰੁਣਾ ਕੀਜੈ। ਔਰ ਆਖੀ ਉਹਨਾਂ ਤੇ ਕਿਰਪਾ ਕਰ ਦਿਓ, ਰਾਏ ਬੁਲਾਰ ਤੁਹਾਡੇ ਦਰ ਘਰ ਦਾ ਮੁਰੀਦ ਹੈ, ਉਹਦੇ ਤੇ ਤਰਸ ਕਰਕੇ ਉਹਨੂੰ ਦਰਸ਼ਨ ਦੇ ਦਿਓ। ਮੈਂ ਬੋਲਿਓ ਭੋ ਰਾਏ ਬੁਲਾਰੂ। ਸੁਣ ਕੇ ਭਾਈ ਬਾਲਾ ਜੀ ਬੋਲੇ, ਕਹਿੰਦੇ ਹੇ ਰਾਏ ਬੁਲਾਰ ਜੀ ਤੁਮਰੇ ਕਹੇ ਜਾਉ ਸਤ ਵਾਰੂ। ਕਹਿਣ ਲੱਗੇ ਰਾਏ ਜੀ ਤੁਹਾਡੇ ਜੈਸੇ ਪਿਆਰਿਆਂ ਦੇ ਕਹਿਣ ਤੇ ਮੈਂ ਇੱਕ ਵਾਰ ਕੀ ਮੈਂ 100 ਵਾਰੀ ਜਾਣ ਨੂੰ ਤਿਆਰ ਹਾਂ। ਤੁਸੀਂ ਇੱਕ ਵਾਰੀ ਕਹਿੰਦੇ ਹੋ
ਜੇ ਇੱਕ ਵਾਰੀ ਨਾ ਕਰਨਗੇ ਮੈਂ ਫੇਰ ਆਵਾਂਗਾ, ਫੇਰ ਕਹੇਗਾ ਫੇਰ ਜਾਵਾਂਗਾ, ਮੈਂ ਤੇਰੇ ਕਹਿਣ ਤੇ 100 ਵਾਰੀ ਜਾਵਾਂ। ਸ਼੍ਰੀ ਨਾਨਕ ਸੋ ਹੇਤ ਤੁਮਾਰਾ। ਕਿਉਂ ਨਾ ਜਾਵਾਂ, ਤੁਸੀਂ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਪਿਆਰੇ ਹੋ, ਤੁਹਾਡਾ ਗੁਰੂ ਨਾਨਕ ਸਾਹਿਬ ਨਾਲ ਬੜਾ ਪ੍ਰੇਮ ਹੈ ਰਾਏ ਬੁਲਾਰ ਜੀ। ਆਵਹਿੰਗੇ ਨਹਿ ਲਾਏ ਅਵਾਰਾ। ਤੇ ਮੈਂ ਜਾਣਦਾ ਜਦੋਂ ਸੁਣਨਗੇ ਨਾ ਉਹ ਦੇਰੀ ਨਹੀਂ ਲਾਉਣਗੇ, ਝੱਟ ਆਉਣਗੇ ਛੇਤੀ ਚੱਲ ਕੇ। ਭਗਤ ਵਛਲਤਾ ਤਿਨ ਕੋ ਬਿਰਦਾ। ਉਹਨਾਂ ਦਾ ਬਿਰਦ ਹੈ ਭਗਤ ਵਛਲ, ਉਹ ਆਪਣੇ ਭਗਤੀ ਕਰਨ ਵਾਲੇ ਭਗਤਾਂ ਨੂੰ ਪਿਆਰ ਕਰਕੇ ਦੁਲਾਰਦੇ ਹਨ। ਜਿਨ ਕੇ ਧਿਆਨ ਬਿਨਾ ਸਹਿ ਪਰਦਾ। ਜਿਨ੍ਹਾਂ ਦਾ ਧਿਆਨ ਧਾਰੀਏ ਤੇ ਭਰਮ ਦੇ ਪਰਦੇ ਦੂਰ ਹੋ ਜਾਂਦੇ ਹਨ। ਜੇ ਤਹ ਬਾਰ ਬਾਰ ਤੁਮ ਤਾਈ। ਜੇ ਤੁਸੀਂ ਬਾਰ-ਬਾਰ ਉਹਨਾਂ ਦਾ ਚਿੰਤਨ ਕਰਦੇ ਹੋ। ਦੀਨ ਬੰਦ ਸ਼੍ਰੀ ਪ੍ਰਭ ਜਗ ਸਾਈ। ਉਹ ਦੀਨਾ ਬੰਧੂ ਨੇ ਜਗਤ ਦੇ ਸਾਈਂ ਹਨ। ਦੋਹਰਾ ਸੁਨ ਕਰ ਹਰਖਿਓ ਰਾਏ ਉਰ ਸ਼੍ਰੀ ਨਾਨਕ ਗਿਆਨ। ਤੇ ਸੁਣ ਕੇ ਰਾਏ ਖੁਸ਼ ਹੋਇਆ, ਆਖਿਆ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਇਹ ਤੁਹਾਡਾ ਮਹਾਨ ਪਰਉਪਕਾਰ ਹੋਵੇਗਾ ਮੇਰੇ ਤੇ ਜੇ ਤੁਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਲੈ ਆਓ। ਕਰ ਹੈ ਭਲਾ ਖੁਦਾਏ ਤੁਝ ਪਰ ਉਪਕਾਰ ਪਛਾਨ। ਇਹਦੇ ਬਦਲੇ ਮੈਂ ਨਹੀਂ ਤੁਹਾਨੂੰ ਕੁਝ ਦੇ ਸਕਦਾ। ਹਾਂ, ਮੈਂ ਇੰਨੀ ਜ਼ਰੂਰ ਖੁਦਾ ਨੂੰ ਬੇਨਤੀ ਕਰਾਂਗਾ ਕਿ ਹੇ ਖੁਦਾ, ਜੋ ਪਰਉਪਕਾਰ ਭਾਈ ਬਾਲਾ ਤੇ ਮਰਦਾਨਾ ਜੀ ਮੇਰੇ ਤੇ ਕਰਨਗੇ ਗੁਰੂ ਨਾਨਕ ਸਾਹਿਬ ਨੂੰ ਲਿਆ ਕੇ, ਇਹਨਾਂ ਦਾ ਭਲਾ ਤੁਸੀਂ ਕਰਿਓ ਅਕਾਲ ਪੁਰਖ ਜੀ। ਮੈਂ ਤਾਂ ਹੋਰ ਕੁਝ ਦੇ ਨਹੀਂ ਸਕਦਾ ਤੁਹਾਨੂੰ, ਪਰ ਖੁਦਾ ਅੱਗੇ ਬੇਨਤੀ ਕਰਾਂਗਾ ਕਿ ਉਹ ਤੁਹਾਡਾ ਭਲਾ ਕਰੇ। ਚੌਪਈ ਬਾਲਾ ਅਰ ਮਰਦਾਨਾ ਦੋ। ਭਾਈ ਸਾਹਿਬ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਦੋਵੇਂ ਭਏ ਤਿਆਰ ਚੱਲਣ ਕੋ ਸੋ। ਉਸੇ ਵੇਲੇ ਤਲਵੰਡੀ ਤੋਂ ਚੱਲਣ ਦੀ ਤਿਆਰੀ ਕੀਤੀ ਤੇ ਚੱਲ ਪਏ। ਤੂਰਨ ਗਏ ਨਾ ਕਰੀ ਅਵਾਰੂ। ਬੜੀ ਛੇਤੀ ਨਾਲ ਪੈਂਡਾ ਤੈਅ ਕਰਕੇ ਦੋਵੇਂ ਜਣੇ ਭਾਈ ਬਾਲਾ ਮਰਦਾਨਾ ਏਮਨਾਬਾਦ ਨਗਰ ਪਹੁੰਚ ਗਏ। ਨਗਰ ਏਮਨਾਬਾਦ ਮਝਾਰੂ। ਏਮਨਾਬਾਦ ਨਗਰ ਵਿੱਚ ਆਏ ਹਨ, ਜਹ ਬੈਸੇ ਅਗ ਓਗ ਨਿਕੰਦਨ। ਜਿੱਥੇ ਪਾਪਾਂ ਦਾ ਨਾਸ ਕਰਨ ਵਾਲੇ ਸਤਿਗੁਰੂ ਜੀ ਬੈਠੇ ਸਨ। ਜਾਏ ਕਰੀ ਜੁਗ ਬਦ ਪਰ ਬੰਦਨ। ਦੋਨਾਂ ਨੇ ਜਾ ਕੇ ਗੁਰਦੇਵ ਦੇ ਦੋਨਾਂ ਚਰਨਾਂ ਦੇ ਉੱਤੇ ਬੜੇ ਅਦਬ ਨਾਲ ਬੰਦਨਾ ਕੀਤੀ। ਚਿਤ ਪਹਿ ਚਿਤ ਨਿਤ ਕਰਤਾਰੇ। ਜਦੋਂ ਮੱਥਾ ਟੇਕਿਆ ਨਾ ਦੋਨਾਂ ਨੇ ਤੇ ਮੇਰੇ ਸਾਹਿਬ ਨੇ ਅਸੀਸ ਦਿੱਤੀ। ਅਸੀਸ ਕੀ ਦਿੱਤੀ? ਆਖਿਆ ਤੁਹਾਡੇ ਚਿੱਤ ਚੋਂ ਕਰਤਾਰ ਨਾ ਵਿਸਰੇ। ਆ ਜਦੋਂ ਆ ਕੇ ਅਸੀਂ ਸਾਹਿਬ ਨੂੰ ਨਮਸਕਾਰ ਕਰਦੇ ਆ ਨਾ, ਇਹ ਅਸੀਸ ਅੱਜ ਵੀ ਗੁਰੂ ਨਾਨਕ ਸਾਹਿਬ ਸਾਨੂੰ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਸਤਿ ਸ੍ਰੀ ਅਕਾਲ। ਮਹਾਰਾਜ ਜੀ ਕਹਿੰਦੇ ਭਾਈ ਬਾਲੇ ਮਰਦਾਨੇ ਨੂੰ, ਜਦੋਂ ਇਹਨਾਂ ਮੱਥਾ ਟੇਕਿਆ ਸਾਹਿਬ ਦੇ ਚਰਨਾਂ ਵਿੱਚ, ਗੁਰਦੇਵ ਕਹਿੰਦੇ ਤੁਹਾਡੇ ਚਿੱਤ ਚੋਂ ਕਰਤਾਰ ਨਾ ਵਿਸਰੇ। ਪੂਜੀ ਕੁਸ਼ਲ ਛੇਮ ਕਰ ਸਤਕਾਰੇ। ਔਰ ਸਤਕਾਰ ਕਰਕੇ ਦੋਨਾਂ ਨੂੰ ਕੁਸ਼ਲ ਖੇਮ ਪੁੱਛੀ। ਖੁਸ਼ੀ ਸਕਲ ਹੈ ਰਾਏ ਸ਼ਰੀਰੂ। ਮਹਾਰਾਜ ਜੀ ਨੇ ਪਹਿਲਾਂ ਇਹੀ ਪੁੱਛਿਆ, ਹਾਂ ਬਾਲਿਆ ਰਾਏ ਬੁਲਾਰ ਜੀ ਠੀਕ ਠਾਕ ਸੀ? ਝੱਟ ਪਾਤਸ਼ਾਹ ਨੇ ਪੁੱਛਿਆ, ਹਾਂ ਰਾਏ ਜੀ ਠੀਕ ਸਨ। ਸੁਨ ਬਾਲਾ ਬੋਲਿਓ ਔਰ ਧੀਰੂ। ਤੇ ਭਾਈ ਸਾਹਿਬ ਭਾਈ ਬਾਲਾ ਜੀ ਨੇ ਹੱਥ ਜੋੜੇ ਤੇ ਮਨ ਚ ਗੁਰੂ ਸਾਹਿਬ ਦਾ ਨਿਰਮਲ ਭੈ ਡਰ ਧਾਰਨ ਕਰਕੇ ਬੋਲੇ, ਤੁਮਨੇ ਸਭ ਹੈ ਕੁਸ਼ਲ ਕਰ ਦੀਨੀ। ਮਹਾਰਾਜ ਤੁਸੀਂ ਸਭ ਕੁਸ਼ਲਤਾ ਕਰ ਦਿੱਤੀ ਹੈ, ਤੁਸੀਂ ਸਭ ਖੁਸ਼ੀਆਂ ਕਰ ਦਿੱਤੀਆਂ ਨੇ। ਰਾਏ ਬਿਨੈ ਰਾਵਰ ਸੋ ਕੀਨੀ। ਮਹਾਰਾਜ ਰਾਏ ਬੁਲਾਰ ਨੇ ਬੇਨਤੀ ਕੀਤੀ ਆ ਤੁਹਾਡੇ ਚਰਨਾਂ ਵਿੱਚ। ਦੋਹਰਾ ਕਰ ਬੰਦੇ ਬੰਧਨ ਕਰੀ ਹਿਰਦੈ ਪਇਓ ਅਤ ਦੀਨ। ਮਹਾਰਾਜ ਰਾਏ ਬੁਲਾਰ ਨੇ ਹੱਥ ਜੋੜ ਕੇ ਅਦਬ ਨਾਲ ਸੀਸ ਝੁਕਾ ਕੇ ਆਪ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਆ। ਰਾਏ ਦੀ ਬੰਦਨਾ ਪ੍ਰਵਾਨ ਕਰੋ। ਔਰ ਹੱਥ ਜੋੜ ਕੇ ਚਰਨਾਂ ਤੇ ਬੰਦਨਾ ਕਰਕੇ ਬੇਨਤੀ ਕੀਤੀ ਆ ਰਾਏ ਬੁਲਾਰ ਨੇ, ਸੁਣੋ ਜੀ। ਤੁਮ ਦਰਸ਼ਨ ਕੀ ਲਾਲਸਾ ਕਮਲ ਅਰਕ ਜਿਉ ਹੀਨ। ਮਹਾਰਾਜ ਤੁਹਾਡੇ ਦਰਸ਼ਨਾਂ ਦੀ ਲਾਲਸਾ ਹੈ ਰਾਏ ਬੁਲਾਰ ਨੂੰ। ਉਹ ਏਦਾਂ ਬੇਬਲ ਹੋ ਰਿਹਾ ਤੁਹਾਡੇ ਦਰਸ਼ਨਾਂ ਬਿਨਾ, ਜਿਵੇਂ ਕਮਲ ਦਾ ਫੁੱਲ ਪਾਣੀ ਬਿਨਾ ਬੇਬਲ ਹੋ ਕੇ ਮੁਰਝਾ ਜਾਂਦਾ ਹੈ।
ਏਦਾਂ ਬੇਬਲ ਹੋ ਰਿਹਾ ਤੁਹਾਡੇ ਦਰਸ਼ਨਾਂ ਤੋਂ ਬਿਨਾ। ਚੌਪਈ ਕਰਹੁ ਮਨੋਰਥ ਪੂਰਨ ਤਿਸ ਕੋ। ਮਹਾਰਾਜ ਉਹਦੇ ਮਨ ਦਾ ਮਨੋਰਥ ਪੂਰਾ ਕਰ ਦਿਓ। ਉਹਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਕਾਂਖਾ ਹੈ, ਉਹ ਬੜਾ ਬੇਬਲ ਹੈ ਆਪ ਜੀ ਦੇ ਦਰਸ਼ਨਾਂ ਤੋਂ ਬਿਨਾ। ਭਾਈ ਰਾਮ ਕਿਸ਼ਨ ਜੀ ਵਰਗੇ ਗੁਰੂ ਘਰ ਦੇ ਅਨਿੰਨ ਸੇਵਕ ਪਿਆਰੇ, ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚਖੰਡ ਦਰਵਾਜ਼ੇ ਦੇ ਮੂਹਰੇ ਰਾਤ ਨੂੰ ਖਲੋ ਕੇ ਬੇਨਤੀਆਂ ਕਰਦਿਆਂ ਇਹੀ ਕਹਿੰਦੇ ਸੀ, ਕਿੰਜ ਲੰਘ ਸੀ ਇਹ ਰਾਤ ਤੇਰੇ ਦਰਸ਼ਨਾਂ ਬਿਨਾ। ਇਹੋ ਜਿਹੇ ਗੁਰਸਿੱਖ ਮਹਾਰਾਜ ਰਾਏ ਬੁਲਾਰ ਦੇ ਮਨ ਵਿੱਚ ਵੀ ਤੁਹਾਡੇ ਦਰਸ਼ਨਾਂ ਦੀ ਕੰਖ ਹੈ, ਉਹਦੀ ਕਾਂਖਾ ਆਪ ਜੀ ਪੂਰਨ ਕਰ ਦਿਓ। ਪਦ ਪੰਕਜ ਮੈਂ ਪ੍ਰੇਮੰ ਜਿਸ ਕੋ। ਉਹਦੇ ਮਨ ਵਿੱਚ ਤੁਹਾਡੇ ਚਰਨ ਕਮਲਾਂ ਦਾ ਪ੍ਰੇਮ ਹੈ, ਉਹਦੇ ਮਨ ਵਿੱਚ ਤੁਹਾਡੇ ਚਰਨ ਕਮਲਾਂ ਦੀ ਪ੍ਰੀਤੀ ਹੈ, ਉਹਦਾ ਮਨੋਰਥ ਪੂਰਨ ਕਰੋ। ਜਿਉ ਸੁਕਤਾ ਸਾਗਰ ਪਰ ਤਰਹੀ। ਮਹਾਰਾਜ ਜਿਵੇਂ ਕੋਈ ਸਿੱਪੀ ਪਾਣੀ ਦੇ ਉੱਤੇ ਤਰਦੀ ਆ ਸਮੁੰਦਰ ਤੇ, ਸਵਾਂਤ ਬੂੰਦ ਤੇ ਮੁਖ ਮੈਂ ਪਰਹੀ। ਫਿਰ ਉਹਦੇ ਤੇ ਸਵੰਤੀ ਬੂੰਦੀ ਪੈਂਦੀ ਹੈ ਨਾ ਸੁਕਤਾ ਵਿੱਚ, ਸਿੱਪੀ ਵਿੱਚ। ਤਿਉ ਤੁਮ ਆਪਣਾ ਬਿਰਦ ਸੰਭਾਰੀ। ਮਹਾਰਾਜ ਜਦੋਂ ਉਹਦੇ ਤੇ ਸਵੰਤੀ ਬੂੰਦ ਪੈਂਦੀ ਹੈ ਨਾ ਤੇ ਉਹ ਮੂੰਹ ਮੇਚ ਕੇ ਫਿਰ ਥੱਲੇ ਚਲੀ ਜਾਂਦੀ ਸਮੁੰਦਰ ਵਿੱਚ। ਤੇ ਇਸੇ ਤਰ੍ਹਾਂ ਮਹਾਰਾਜ ਸੰਸਾਰ ਵੱਲੋਂ ਉੱਪਰ ਉੱਠ ਕੇ ਰਾਏ ਬੁਲਾਰ ਨੇ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ ਤੇ ਤੁਹਾਡੇ ਦਰਸ਼ਨਾਂ ਦੀ ਸਵਾਂਤ ਬੂੰਦ ਦੀ ਭਾਲ ਕਰਦਾ, ਮੰਗ ਕਰਦਾ। ਮਹਾਰਾਜ ਉਹਦੀ ਕਾਮਨਾ ਆਪ ਜੀ ਦਇਆ ਕਰਕੇ ਪੂਰਨ ਕਰ ਦਿਓ, ਆਪਣਾ ਬਿਰਦ ਸੰਭਾਲੋ। ਚੱਲ ਕਰ ਦਰਸ਼ਨ ਦੇਹੋ ਇੱਕ ਵਾਰੀ। ਮਹਾਰਾਜ ਇੱਕ ਵਾਰੀ ਚੱਲ ਕੇ ਆਪ ਜੀ ਦਰਸ਼ਨ ਦਿਓ। ਸੁਨ ਕਰ ਸ਼੍ਰੀ ਮੁਖ ਬਚਨ ਉਚਾਰੇ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਕਾਲੂ ਕਰਹੀ ਕਲਹਿ ਨਿਹਾਰੇ। ਮਹਾਰਾਜ ਜੀ ਕਹਿੰਦੇ ਬਾਲਿਆ ਜਾਣ ਨੂੰ ਤਾਂ ਚੱਲਾਂਗੇ, ਪਰ ਪਿਤਾ ਜੀ ਬੜਾ ਲੜਨਗੇ ਜਦੋਂ ਜਾਵਾਂਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰੀ ਦੁਨੀਆ ਨੂੰ ਆਪਣੇ ਭੈ 'ਚ ਚਲਾਉਣ ਵਾਲੇ ਨਾ ਏਦਾਂ ਗੱਲ ਕਰਦੇ ਜਿਵੇਂ ਪਿਤਾ ਜੀ ਤੋਂ ਡਰ ਰਹੇ ਹੋਣ, ਕਿਉਂਕਿ ਮਰਿਆਦਾ ਪੁਰਸ਼ੋਤਮ ਵੀ ਨੇ, ਪੁੱਤਰ ਧਰਮ ਵੀ ਪਾਲ ਰਹੇ ਨੇ। ਕਹਿੰਦੇ ਭਾਈ ਬਾਲਾ ਜੀ ਜਾਈਏ ਤਾਂ ਸਹੀ, ਪਰ ਖਿਆਲ ਇਹ ਆਉਂਦਾ ਹੈ ਕਿ ਜਦੋਂ ਜਾਵਾਂਗੇ ਤੇ ਪਿਤਾ ਜੀ ਬੜਾ ਲੜਨਗੇ। ਮਿਲਣਾ ਰਾਏ ਜ਼ਰੂਰ ਹੈ ਜਾਈ। ਪਰ ਕਰੀਏ ਕੀ, ਰਾਏ ਬੁਲਾਰ ਨੂੰ ਵੀ ਜ਼ਰੂਰੀ ਮਿਲਣਾ, ਉਹਨੂੰ ਵੀ ਜਾ ਕੇ ਜ਼ਰੂਰ ਦਰਸ਼ਨ ਦੇਣੇ ਐ। ਸੋਚ ਵਿਮੋਚੈ ਸੋਚ ਹੈ ਆਈ। ਮਹਾਰਾਜ ਜੀ ਜਿਹੜੇ ਸਾਰਿਆਂ ਦੀਆਂ ਸੋਚਾਂ ਦੂਰ ਕਰਨ ਵਾਲੇ ਆਪ ਸੋਚੀ ਜਾਂਦੇ ਵੀ ਕੀ ਕਰੀਏ ਹੁਣ। ਜਾਣੇ ਆ ਤੇ ਪਿਤਾ ਜੀ ਲੜਦੇ ਆ, ਜੇ ਨਹੀਂ ਜਾਂਦੇ ਤੇ ਰਾਏ ਨੂੰ ਦਰਸ਼ਨ ਨਹੀਂ ਹੁੰਦੇ। ਹਾਂਜੀ ਕਿਹ ਬਿਦ ਕਰ ਹੈ ਰਾਏ ਔਰ ਪ੍ਰੀਤਾ। ਹੁਣ ਰਾਏ ਬੁਲਾਰ ਦੀ ਜਿਹੜੀ ਪ੍ਰੀਤ ਹੈ ਉਹ ਕਿਹੋ ਜੀ ਆ, ਕੈਸੀ ਸੁੰਦਰ ਹੈ। ਤਿਹ ਬਚ ਕਰ ਨਾ ਜਾਏ ਵਿਪਰੀਤਾ। ਮਹਾਰਾਜ ਜੀ ਕਹਿੰਦੇ ਰਾਏ ਬੁਲਾਰ ਦਾ ਬਚਨ ਮੋੜਿਆ ਨਹੀਂ ਜਾਂਦਾ। ਦੋਹਰਾ ਮੈਂ ਪੁਨ ਬੋਲਿਓ ਇਵ ਕਹਿਓ ਤੁਮ ਸੋ ਰਾਏ ਬੁਲਾਰ। ਭਾਈ ਬਾਲਾ ਜੀ ਕਹਿੰਦੇ ਮੈਂ ਫਿਰ ਬੇਨਤੀ ਕੀਤੀ, ਸਤਿਗੁਰੂ ਜੀ ਰਾਏ ਬੁਲਾਰ ਨੇ ਇਸ ਤਰ੍ਹਾਂ ਤੁਹਾਨੂੰ ਬੇਨਤੀ ਕੀਤੀ ਹੈ। ਜੇ ਹੋ ਵਹਿ ਬਲ ਤਨ ਵਿਖੈ ਆਵੋ ਸਿਰ ਕੇ ਭਾਰ। ਮਹਾਰਾਜ ਉਹ ਕਹਿੰਦਾ ਜੇ ਮੇਰੇ ਸਰੀਰ 'ਚ ਬਲ ਹੁੰਦਾ ਤੇ ਮੈਂ ਸਿਰ ਭਰਨੇ ਚੱਲ ਕੇ ਆਉਂਦਾ ਉਹਨਾਂ ਦੇ ਦਰਸ਼ਨਾਂ। ਬਿਰਧ ਹੋ ਗਿਆ ਮਹਾਰਾਜ, ਉਹਦੇ ਕੋਲੋਂ ਟੁਰ ਨਹੀਂ ਹੁੰਦਾ। ਚੌਪਈ ਬੈਸ ਬਿਰਦ ਬੇਬਲ ਪੀ ਦੇਹੀ। ਸਰੀਰ ਬੇਬਲ ਹੈ, ਸਰੀਰ ਬੇਬਲ ਹੋਣ ਕਰਕੇ, ਬਿਰਧ ਹੋਣ ਕਰਕੇ ਨਹੀਂ ਆ ਸਕਦਾ। ਲੋਚਨ ਗੋਚਰ ਹੀਨ ਸਨੇਹੀ। ਮਹਾਰਾਜ ਉਹਦੇ ਨੇਤਰਾਂ ਵਿੱਚੋਂ ਵੀ ਉਹਨੂੰ ਸਾਫ਼ ਨਜ਼ਰ ਨਹੀਂ ਆਉਂਦਾ, ਨੇਤਰਾਂ ਚੋਂ ਵੀ ਨੀਰ ਵਹਿੰਦਾ। ਦਰਸ਼ਨ ਦਾਨ ਆਨ ਗਤ ਦਾਨਾ। ਮਹਾਰਾਜ ਉਹਨੂੰ ਚੱਲ ਕੇ ਆਪਣੇ ਦਰਸ਼ਨਾਂ ਦਾ ਦਾਨ ਬਖਸ਼ੋ। ਦੇਵੈ ਸਫਲ ਜਨਮ ਤਬ ਮਾਨਾ। ਜਦੋਂ ਤੁਸੀਂ ਆਪਣੇ ਦਰਸ਼ਨ ਦਿਓਗੇ ਤਾਂ ਉਹ ਆਪਣਾ ਜਨਮ ਸਫਲ ਮੰਨੇਗਾ। ਜਿਉ ਸਰਿਤਾ ਨਿਸ਼ਫਲ ਬਿਨ ਬਾਰੀ। ਮਹਾਰਾਜ ਜਿਵੇਂ ਨਹਿਰਾਂ ਪਾਣੀ ਮੀਂਹ ਵਰਸਣ ਤੋਂ ਬਿਨਾਂ ਨਿਸ਼ਫਲ ਹਨ, ਹੀਨ ਮਯੰਕ ਸਰਬਰੀ ਕਾਰੀ। ਤੇ ਚੰਦਰਮਾ ਤੋਂ ਬਿਨਾਂ ਕਾਲੀ ਬੌਲੀ ਰਾਤ ਭਿਆਨਕ ਹੈ। ਜਿਉ ਅਨਾਥ ਬਿਨ ਪਰਤਾ ਨਾਰੀ। ਜਿਵੇਂ ਪਤੀ ਤੋਂ ਬਿਨਾਂ ਅਨਾਥ ਇਸਤਰੀ ਹੈ, ਤਿਉ ਤੁਮ ਮੈਂ ਬਿਨ ਦੇਹ ਹਮਾਰੀ। ਉਹ ਕਹਿੰਦਾ ਤਿਵੇਂ ਤੁਹਾਡੀ ਦਇਆ ਤੋਂ ਬਿਨਾਂ ਸਾਡੀ ਇਹ ਦੇਹ ਨਿਰਾਰਥ ਹੈ, ਕਿਸੇ ਕੰਮ ਦੀ ਨਹੀਂ। ਗਰੀਬ ਨਵਾਜ ਕਿਰਪਾ ਕਰੋ, ਰਾਏ ਜੀ ਨੂੰ ਚੱਲ ਕੇ ਦਰਸ਼ਨ ਦਿਓ। ਸਤਿਗੁਰੂ ਜੀ ਤਿਆਰੀ ਕਰ ਰਹੇ ਨੇ ਤਲਵੰਡੀ ਜਾਣ ਦੀ। ਉਧਰ ਪਿਤਾ ਜੀ ਨੂੰ ਵੀ ਖਬਰ ਹੋ ਰਹੀ ਹੈ,
ਰਾਏ ਬੁਲਾਰ ਨੂੰ ਜਾ ਕੇ ਸਾਹਿਬ ਜੀ ਦਰਸ਼ਨ ਦੇ ਕੇ ਗਿਆਨ ਬਖਸ਼ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ